ਕਹਿੰਦੇ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਦਿੱਤਾ ਸੀ, ਉਦੋਂ ਕਹਿੰਦੇ ਸ੍ਰੀ ਸਾਹਿਬ ਦਾ ਮੁੱਦਾ ਇਹਨਾਂ ਨੇ ਚੁੱਕ ਲਿਆ। ਕਹਿੰਦੇ ਮੁੱਦੇ ਨਹੀਂ ਕਹਿੰਦੇ ਸਾਡੇ ਚੁੱਕੇ। ਤੇ ਬਾਦਲਾਂ ਨੇ 5 ਵਾਰੀ ਚੀਫ ਮਿਨਿਸਟਰੀਆਂ ਕੀਤੀਆਂ, ਕੈਪਟਨ ਸਾਹਿਬ ਨੇ 2 ਵਾਰੀ ਕੀਤੀਆਂ, ਤੇ ਉਹ ਵੀ ਤਾਂ ਮੈਨੂੰ ਦੱਸ ਦਿਓ ਕਿਹੜਾ ਚੰਦ ਚਾੜਿਆ ਉਹਨਾਂ ਨੇ। ਹੁਣ ਤੁਸੀਂ ਮੈਨੂੰ ਦੱਸੋ, ਜੇ ਮੈਂ ਕਿਰਪਾਨ ਫੜੀ ਹੈ ਤੇ ਸਿੱਖ ਇੱਧਰਲੇ ਪਾਸਿਓਂ ਝਾੜੂ ਫੜ ਰਹੇ ਹੈ, ਤੇ ਜੇ ਸਿੱਖਾਂ ਨੂੰ ਕਿਰਪਾਨ ਦੇ ਬਦਲੇ ਝਾੜੂ ਪਸੰਦ ਹੈ ਤਾਂ ਜਮਹੂਰੀਅਤ ਦੇ ਦਿਨ ਉਹਦੇ 'ਚ ਆਪਾਂ ਕੀ ਕਰ ਸਕਦੇ ਹਾਂ। ਮੈਂ ਤੁਹਾਡਾ ਇੱਕ ਬਿਆਨ ਸੁਣ ਰਿਹਾ ਸੀ, ਤੁਸੀਂ ਕਹਿ ਰਹੇ ਸੀ ਕਿ ਨਹਿਰੂ ਦੀ ਕੌਮ ਨੇ ਨਹਿਰੂ ਨੂੰ ਜਿਤਾਤਾ, ਇੰਦਰਾ ਗਾਂਧੀ ਦੀ ਕੌਮ ਨੇ ਇੰਦਰਾ ਗਾਂਧੀ ਨੂੰ ਜਿਤਾਤਾ, ਨਰਿੰਦਰ ਮੋਦੀ ਦੀ ਕੌਮ ਨੇ ਮੋਦੀ ਨੂੰ ਜਿਤਾਤਾ, ਪਰ ਮੇਰੀ ਕੌਮ ਮੈਨੂੰ ਜਿਤਾਉਂਦੀ ਨਹੀਂ। ਮੇਰੀ ਤਾਂ ਹਾਰ ਕੋਈ ਨਹੀਂ, ਮੈਂ ਤਾਂ ਜਿਹੜੀ ਸੋਚ ਉਹਨੂੰ ਅੱਗੇ ਲੈ ਕੇ ਚੱਲ ਰਿਹਾ ਹੈ, ਤੇ ਜੇ ਮੇਰੀ ਕੌਮ ਨੂੰ ਉਹ ਮਨਜ਼ੂਰ ਨਹੀਂ ਹੈ ਤੇ ਫਿਰ ਗੁੱਡ ਲੱਕ ਟੂ ਦੈਮ। ਸਿੱਖ ਬਹੁਤ ਵੱਡੀ ਤਾਦਾਦ ਦੇ ਵਿੱਚ ਆਮ ਪਾਰਟੀ ਨੂੰ ਵੋਟਾਂ ਪਾਉਂਦੇ ਹੈ, ਕਾਂਗਰਸ ਨੂੰ ਪਾਉਂਦੇ ਹੈ, ਤੇ ਉਹਨਾਂ ਨੇ ਆਪਣੀ ਕੌਮੀਅਤ ਭੁੱਲੀ ਹੋਈ ਹੈ, ਪਰ ਮੈਂ ਤਾਂ ਨਹੀਂ ਨਾ ਕੌਮੀਅਤ ਭੁੱਲੀ ਆਪਣੀ। ਮੇਰਾ ਮਤਲਬ ਕੋਈ ਨਾ ਕੋਈ ਸੁਰਤ ਤਾਂ ਹੋਣੀ ਚਾਹੀਦੀ ਹੈ ਨਾ, ਇਹ ਆਪਣੀ ਕੌਮ ਨੂੰ ਜਿਹੜੀ ਸੁਰਤ ਗਵਾਈ ਹੋਈ ਹੈ ਅਜੇ ਤੱਕ। ਇੱਕ ਲੜਕੀ ਹਿਜਾਬ ਪਾ ਕੇ, ਬੁਰਕਾ ਪਾ ਕੇ ਸਕੂਲ ਜਾਂਦੀ ਹੈ, ਕੁਝ ਲੋਕਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ, ਉੱਥੇ ਜਿਹੜੇ ਨਾਅਰੇ ਲਾਏ ਜਾਂਦੇ ਨੇ ਇੱਕ ਫਿਰਕੇ ਦੇ, ਇੱਕ ਧਰਮ ਦੇ। ਅਤੇ ਫਿਰ ਇਸਲਾਮਿਕ ਕੰਟਰੀਜ਼ ਨੂੰ ਕੁਛ ਨਾ ਕੁਛ ਤਾਂ ਦਿਖਾਉਣਾ ਚਾਹੀਦਾ ਇਹਨਾਂ ਨੂੰ, ਇਹ ਹਿੰਦੂਤਵ ਨੂੰ। ਪਹਿਲਾਂ ਬੱਬਰੀ ਮਸਜਿਦ ਦੇ ਉੱਤੇ ਹਿੰਦੂਤਵ ਨੇ, BJP ਨੇ ਉਹ ਸ਼ਹੀਦ ਕਰਤੀ, ਉਹਨਾਂ ਦੇ ਉੱਤੇ ਮੰਦਿਰ ਬਣਾਤਾ। ਫਿਰ ਕਸ਼ਮੀਰ ਦੇ ਵਿੱਚ ਕਿੰਨਾ ਜ਼ਬਰ ਹੋ ਰਿਹਾ, ਅਜੇ ਵੀ ਇਸਲਾਮਿਕ ਮੁਲਕਾਂ ਦਾ ਕੋਈ ਉਹਦੇ 'ਤੇ ਰਿਐਕਸ਼ਨ ਨਹੀਂ ਹੈ। ਪਰ ਇਹ ਤਾਂ ਹੱਦ ਹੈ ਕਿ ਇਹ ਜੇ ਬੀਬੀਆਂ ਨੂੰ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਬੁਰਕਾ ਨਹੀਂ ਪਹਿਨਣ ਦਿੰਦੇ। ਪੰਜਾਬ ਦੇ ਵਿੱਚ ਸਿੱਧੇ ਆ ਕੇ BJP ਲੜ ਰਹੀ ਹੈ, ਮਹਾਰਾਜਾ ਪਟਿਆਲਾ ਵੀ ਉਹਨਾਂ ਦੇ ਨਾਲ ਨੇ। ਕਿਵੇਂ ਲੱਗਦਾ ਤੁਸੀਂ ਪੰਜਾਬ ਦਾ ਭਵਿੱਖ ਕੀ ਦੇਖਦੇ? ਪੰਜਾਬ ਦਾ ਭਵਿੱਖ ਤਾਂ ਇਹ ਥੋੜ੍ਹਾ ਜਿਹਾ ਧੁੰਦਲਾ ਹੀ ਹੈ। ਕੈਪਟਨ ਸਾਹਿਬ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਜੇ ਸਾਡੀ ਸਰਕਾਰ ਨਾ ਆਈ ਤਾਂ ਪਾਕਿਸਤਾਨ ਦੀ ਦਖਲਅੰਦਾਜ਼ੀ ਵੱਧ ਜੂਗੀ, ਜੇ ਅਸੀਂ ਨਾ ਜਿੱਤੇ ਤਾਂ ਪਾਕਿਸਤਾਨ ਅੰਦਰ ਆ ਜੂਗਾ। ਇਹ ਤਾਂ ਸਿੱਧਾ ਸਿੱਖਾਂ ਦੇ ਉੱਤੇ ਇੱਕ ਬਹੁਤ ਬੇਇਤਬਾਰੀ ਦਾ ਮਤਾ ਪਾਸ ਕੀਤਾ ਵੀ ਇਹੋ ਜਿਹੀ ਚੀਜ਼ ਜਿਹੜੀ ਸਿਮਰਨਜੀਤ ਮਾਨ ਅੱਜ ਮਿਸ ਕਰਦੇ। ਮੈਂ ਇਹ ਮਿਸ ਕਰਦਾ ਕਿ ਤੁਸੀਂ ਮੇਰੇ ਨਾਂ ਦੇ ਨਾਲ ਸਿੰਘ ਨਹੀਂ ਲਾਇਆ, ਫਿਰ ਤੁਸੀਂ ਮਿਸਟਰ ਨਰਿੰਦਰ ਮੋਦੀ ਨੂੰ ਨਰਿੰਦਰ ਹੀ ਕਹਿ ਦਿਆ ਕਰੋ, ਉੱਥੇ ਅੱਗੇ ਮੋਦੀ ਕਿਉਂ ਲਾਉਂਦੇ ਹੋ? ਮਾਨ ਸਾਹਿਬ, ਮੁੱਖ ਮੁਕਾਬਲਾ ਕਿਸ ਦੇ ਨਾਲ? ਮੇਰਾ ਹਿੰਦੂਤਵ ਨਾਲ ਹੈ ਸਰ ਸਾਹਿਬ। ਜਿਹੜੀ ਪ੍ਰਵਾਜ਼ 1999 'ਚ ਦੇਖਣ ਨੂੰ ਮਿਲੀ ਸੀ, ਉਹ ਪ੍ਰਵਾਜ਼ ਹੁਣ ਦੇਖਣ ਨੂੰ ਮਿਲ ਸਕਦੀ ਹੈ? ਜ਼ਮਾਨਾ ਰੁਕ ਗਿਆ ਤੇਰਾ, ਉਹੀ ਅੰਦਾਜ਼ ਦੇਖਣ ਨੂੰ, ਕਲੇਜੇ ਤੀਰ ਵੇਖਣ ਨੂੰ, ਸਿਰ ਤੇ ਤਾਜ ਵੇਖਣ ਨੂੰ, ਬੜੀ ਬੇਤਾਬ ਹੈ ਦੁਨੀਆ ਤੇਰੀ ਪ੍ਰਵਾਜ਼ ਦੇਖਣ ਨੂੰ। ਪਰ ਕੀ ਉਹ ਪ੍ਰਵਾਜ਼ ਇਸ ਵਾਰ ਦੁਬਾਰਾ ਦਿਖੇਗੀ, ਜਿਹੜੀ ਪ੍ਰਵਾਜ਼ 1999 'ਚ ਦਿਖੀ ਸੀ ਤੇ ਪ੍ਰਵਾਜ਼ ਭਰੀ ਸੀ ਸਿਮਰਨਜੀਤ ਸਿੰਘ ਮਾਨ ਨੇ? ਸਾਡੇ ਨਾਲ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ। ਮਾਨ ਸਾਹਿਬ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਸੁਖਵਿੰਦਰ ਅੰਮ੍ਰਿਤ ਦਾ ਬਹੁਤ ਹੀ ਸੋਹਣਾ ਸ਼ੇਅਰ ਹੈ ਕਿ ਜ਼ਮਾਨਾ ਰੁਕ ਗਿਆ ਤੇਰਾ, ਉਹੀ ਅੰਦਾਜ਼ ਦੇਖਣ ਨੂੰ। ਜਿਹੜੀ ਪ੍ਰਵਾਜ਼ 1999 'ਚ ਦੇਖਣ ਨੂੰ ਮਿਲੀ ਸੀ, ਉਹ ਪ੍ਰਵਾਜ਼ ਹੁਣ ਦੇਖਣ ਨੂੰ ਮਿਲ ਸਕਦੀ ਹੈ? ਇਹ ਤਾਂ ਮੈਨੂੰ ਪਤਾ ਨਹੀਂ ਜੀ, ਪਰ ਜਿਹੜਾ 1999 ਦੇ ਵਿੱਚ ਸੀਗਾ, ਉਦੋਂ ਸਿੱਖ ਕੌਮ ਨੇ ਮੇਰੀ ਜਾਨ ਬਚਾਈ ਸੀ, ਨਹੀਂ ਤਾਂ ਮੈਨੂੰ ਹੁਕੂਮਤ ਨੇ ਫਾਂਸੀ ਦੇ ਦੇਣੀ ਸੀ। ਇਸ ਕਰਕੇ ਸਿੱਖ ਕੌਮ ਨੇ ਬਹੁਤ ਜ਼ਿਆਦਾ ਵੋਟ ਪਾਈ ਸੀ ਅਤੇ ਮੈਨੂੰ ਫਾਂਸੀ ਤੋਂ ਬਚਾਤਾ ਸੀਗਾ। ਦੂਸਰੀ ਚੀਜ਼ ਹੈ, ਮੈਂ ਕਦੇ ਇਸ ਚੀਜ਼ ਬਾਰੇ ਸੋਚਿਆ ਨਹੀਂ ਕਿ ਉਹ ਟਾਈਮ ਵਾਪਸ ਆਊਗਾ, ਕਿਉਂ ਕਰਕੇ ਮੈਂ ਕੌਮ ਦੇ ਲਈ ਕੰਮ ਕਰ ਰਿਹਾ, ਜੂਝ ਰਿਹਾ, ਅਤੇ ਮੈਨੂੰ ਇਹੋ ਜਿਹੀ ਚੀਜ਼ ਸੋਚਣ ਦੀ ਨਾ ਤਾਂ ਇਹ ਕਦੇ ਲੋੜ ਪਈ ਹੈ, ਨਾ ਮੈਂ ਸੋਚੀ ਹੈ ਕਿ ਮੇਰੀ ਜਿਹੜੀ ਜ਼ਿੰਦਗੀ ਹੈ
ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਿਹੜੀ ਸੋਚ ਸੀ ਆਜ਼ਾਦੀ ਦੀ, ਉਹਦੇ ਨਾਲ ਬੱਝੀ ਹੋਈ ਹੈ। ਸੋ ਇਹ ਮੈਨੂੰ ਇਹ ਨਹੀਂ ਫਰਕ ਪੈਂਦਾ ਕਿੰਨੀਆਂ ਵੋਟਾਂ ਪੈਂਦੀਆਂ ਕਿੰਨੀਆਂ ਨਹੀਂ ਪੈਂਦੀਆਂ, ਅਤੇ ਫਿਰ ਉਹ ਮੌਕਾ ਆਊਗਾ ਕਿ ਨਹੀਂ ਆਊਗਾ, ਕਿਉਂ ਕਰਕੇ ਹੁਣ ਤਾਂ ਮੈਨੂੰ ਮੌਤ ਦੀ ਸਜ਼ਾ ਨਹੀਂ ਹੋਈ। ਸੋ ਮੇਰਾ ਮਤਲਬ ਹੈ ਮੈਨੂੰ ਨਹੀਂ ਪਤਾ ਕਿ ਅਗਾਂਹ ਕੀ ਹੋਊਗਾ, ਪਰ ਮੈਂ ਲੋਕਾਂ ਦੇ ਵਿੱਚ ਵਿਚਰਦਾ ਰਿਹਾ ਅਤੇ ਨਾ ਮੇਰੇ ਕੋਲ ਕਦੇ ਸਿਕਿਉਰਿਟੀ ਹੋਈ ਹੈ। ਜਿੱਥੇ ਮੇਰਾ ਦਿਲ ਕਰਦਾ ਉੱਥੇ ਮੈਂ ਚਲਿਆ ਜਾਂਦਾ, ਕਸ਼ਮੀਰ 'ਚ ਵੀ ਚਲਿਆ ਜਾਂਦਾ, ਉੱਥੇ ਵੀ ਮੇਰਾ ਬਹੁਤ ਸਤਿਕਾਰ ਕਰਦੇ ਆ ਲੋਕ, ਬਹੁਤ ਸਤਿਕਾਰ ਕਰਦੇ ਆ। ਸੋ ਉਹ ਕਾਫੀ ਹੈ, ਬਹੁਤ ਹੈ। ਮੈਂ ਤੁਹਾਡਾ ਇੱਕ ਬਿਆਨ ਸੁਣ ਰਿਹਾ ਸੀ, ਤੁਸੀਂ ਕਹਿ ਰਹੇ ਸੀ ਕਿ ਨਹਿਰੂ ਦੀ ਕੌਮ ਨੇ ਨਹਿਰੂ ਨੂੰ ਜਿਤਾਤਾ, ਇੰਦਰਾ ਗਾਂਧੀ ਦੀ ਕੌਮ ਨੇ ਇੰਦਰਾ ਗਾਂਧੀ ਨੂੰ ਜਿਤਾਤਾ, ਨਰਿੰਦਰ ਮੋਦੀ ਦੀ ਕੌਮ ਨੇ ਮੋਦੀ ਨੂੰ ਜਿਤਾਤਾ, ਪਰ ਮੇਰੀ ਕੌਮ ਮੈਨੂੰ ਜਿਤਾਉਂਦੀ ਨਹੀਂ ਗੀ। ਗਿਲਾ ਹੈ ਕੌਮ ਨਾਲ? ਉਹ ਤਾਂ ਇਹ ਇੱਕ ਅਸਲੀਅਤ ਹੈ ਕਿ ਮੇਰੀ ਕੌਮ ਦੇ ਵਿੱਚ ਇੰਨੀ ਨਫ਼ਰਤ ਭਰਤੀ ਹੈ ਹਕੂਮਤ ਹਿੰਦੂਤਵਾ ਨੇ, ਫਿਰ ਬਾਦਲਾਂ ਨੇ ਅਤੇ ਮੇਰੇ ਵਿਰੋਧੀਆਂ ਨੇ, ਅਤੇ ਜਿਹੜੇ ਪੰਥ ਦੇ ਵੀ ਬਹੁਤ ਸਾਰੇ ਹਿੱਸੇ ਹੈਗੇ ਆ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ, ਉਹ ਵੀ ਆਮ ਪਾਰਟੀ ਨੂੰ ਸਪੋਰਟ ਕਰਦੇ ਹੈ ਅਤੇ ਵੋਟਾਂ ਵੀ ਪਵਾਉਂਦੇ ਹੈ। ਅਤੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਸਿੱਖ ਬਹੁਤ ਵੱਡੀ ਤਾਦਾਦ ਦੇ ਵਿੱਚ ਆਮ ਪਾਰਟੀ ਨੂੰ ਵੋਟਾਂ ਪਵਾਉਂਦੇ ਹੈ, ਕਾਂਗਰਸ ਨੂੰ ਪਵਾਉਂਦੇ ਹੈ, ਅਤੇ ਉਹਨਾਂ ਨੇ ਆਪਣੀ ਕੌਮੀਅਤ ਭੁੱਲੀ ਹੋਈ ਹੈ। ਪਰ ਮੈਂ ਤਾਂ ਨਹੀਂ ਨਾ ਕੌਮੀਅਤ ਭੁੱਲੀ ਆਪਣੀ, ਮੈਂ ਤਾਂ ਆਪਣੀ ਕੌਮ ਦੇ ਲਈ ਕੰਮ ਕਰ ਰਿਹਾ, ਜੂਝ ਰਿਹਾ, ਕਰ ਰਿਹਾ ਸਾਰਾ ਕੁਛ। ਗਿਲਾ ਹੈ ਉਹਨਾਂ 'ਚੋਂ ਕਿਸੇ ਨਾਲ? ਨਹੀਂ, ਗਿਲਾ ਤਾਂ ਨਹੀਂ ਹੋ ਸਕਦਾ, ਕਿਉਂ ਕਰਕੇ ਇਹ ਆਜ਼ਾਦੀ ਹੈ। ਜੇ ਉਹ ਮਹਿਸੂਸ ਕਰਦੇ ਆ ਕਿ ਹਿੰਦੂਤਵਾ ਨਾਲ ਚੱਲਣਾ ਹੈ ਅਤੇ ਇਹਦੇ ਨਾਲ ਕੌਮੀਅਤ ਨੂੰ ਨੁਕਸਾਨ ਨਹੀਂ ਪਹੁੰਚੂਗਾ, ਫਿਰ ਉਹਨਾਂ ਦੀ ਖੁਸ਼ੀ ਹੈ। ਇਹ ਕਿਵੇਂ ਕਰਦੇ ਆ, ਇਹਦੇ 'ਚ ਗਿਲਾ ਤਾਂ ਨਹੀਂ ਹੋ ਸਕਦਾ। ਚੋਣ ਪ੍ਰਚਾਰ ਜੇ ਮੈਂ ਪੁੱਛਾਂ ਕਿਵੇਂ ਚੱਲ ਰਿਹਾ? ਪਿੰਡਾਂ 'ਚ ਜਾ ਰਹੇ ਹੋ ਅਮਰਗੜ੍ਹ ਹਲਕੇ ਦੇ? ਹਾਂ, ਤੁਸੀਂ ਦੇਖਿਆ ਹੀ ਹੈ, ਬਹੁਤ ਸੋਹਣਾ ਚੱਲ ਰਿਹਾ ਹੈ ਇਹ। ਅੱਜ ਸਰਦਾਰ ਦੀਪ ਸਿੰਘ ਸਿੱਧੂ ਵੀ ਮੇਰੇ ਨਾਲ ਸੀਗੇ, ਕੱਲ੍ਹ ਵੀ ਸੀਗੇ, ਕਦੇ ਬੀਬੀ ਸੋਨੀਆ ਕੌਰ ਮਾਨ ਹੁੰਦੇ ਹੈ, ਕਦੇ ਇਹ ਇੱਕ ਹੋਰ ਸਿੱਧੂ ਸਾਹਿਬ ਹੈ ਜਿਹੜੇ ਭਾਈ ਲੱਖੇ ਸਧਾਨੇ ਨਾਲ ਰਹਿੰਦੇ ਹੈ। ਹਾਂ, ਅਤੇ ਮੇਰਾ ਮਤਲਬ ਹੈ ਕਿ ਕਾਫੀ ਜਿਹੜੇ ਨਵੀਂ ਸੋਚ ਦੇ ਨੌਜਵਾਨ ਹੈ ਉਹ ਆ ਰਹੇ ਅੱਗੇ। ਹੁਣ ਇਹ ਪੁਰਾਣੀ ਸੋਚ ਵਾਲੇ ਤਾਂ ਹੁਣ ਮੇਰਾ ਖਿਆਲ ਇਹਨਾਂ ਦਾ ਟਾਈਮ ਹੁਣ ਮੁੱਕ ਗਿਆ। ਸੋਚ ਵਾਲੇ ਕੌਣ ਹੈ ਜੀ? ਬਾਦਲ, ਕਾਂਗਰਸ, ਆਮ ਆਦਮੀ ਪਾਰਟੀ, ਜਿਹੜਾ ਇਹ ਪੰਥ ਦੀ ਗੱਲ ਕਰਦੇ ਨਹੀਂ, ਇਹਨਾਂ ਨੇ ਇਹ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਸੀਗੀ ਸਰਸੇ ਵਾਲੇ ਤੋਂ, ਅਤੇ ਹੁਣ ਸਰਸੇ ਵਾਲਾ ਰਾਮ ਰਹੀਮ ਨੂੰ ਛੁੱਟੀ ਮਿਲੀ ਹੈ 2 ਹਫ਼ਤਿਆਂ ਦੀ ਕਿ ਉਹ ਆ ਕੇ ਇਹਨਾਂ ਨੂੰ ਵੋਟਾਂ ਪਵਾ ਦੇਵੇ, ਬੀਜੇਪੀ ਅਤੇ ਬਾਦਲਾਂ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ। ਸੋ ਮੇਰਾ ਮਤਲਬ ਹੈ ਕਿ ਹਾਈ ਕੋਰਟ ਦੇ ਵੀ ਜੱਜ, ਉਹਨਾਂ ਨੇ ਵੀ ਸਾਡੀ ਤਫਤੀਸ਼ ਜਿਹੜੀ ਬਰਗਾੜੀ ਦੀ ਹੋ ਰਹੀ ਸੀਗੀ ਗੁਰੂ ਮਹਾਰਾਜ ਦੀ ਬੇਅਦਬੀ ਦੀ, ਉਸ ਨੂੰ ਵੀ ਅਜੇ ਉਹਨੂੰ ਠਹਿਰਾਤਾ ਹੈ, ਇਹ ਚੱਲਣ ਨਹੀਂ ਦਿੰਦੀ ਹਾਈ ਕੋਰਟ। ਸ਼ਕਾਵਤ ਸਾਹਿਬ ਹੈਗੇ ਇੱਕ ਜੱਜ, ਇੱਕ ਸਾਗਵਾਨ ਹੈ, ਇੱਕ ਮਿਸਟਰ ਬਜਾਜ ਹੈ, ਅਤੇ ਹਾਈ ਕੋਰਟ ਦੇ ਜੱਜ ਜਦੋਂ ਇਹੋ ਜਿਹਾ ਹਿੰਦੂਤਵਾ ਦੀ ਸੋਚ ਵਾਲੇ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਉਹ ਪੁਲਿਸ ਦੀ ਤਫਤੀਸ਼ ਨੂੰ ਬੰਦ ਕਰਵਾ ਦੇਣ, ਫਿਰ ਮੇਰਾ ਮਤਲਬ ਹੈ ਕਿ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਕਿ ਫਿਰ ਅੱਗੇ ਕੀ ਹੈ। ਜਿਹੜੇ ਫੈਂਸ ਸਿਟਰਸ ਹੈਗੇ ਆ ਸਾਡੀ ਕੌਮ ਦੇ, ਜਿਹੜੇ ਆਮ ਆਦਮੀ, ਬਾਦਲਾਂ ਨੂੰ, ਕੈਪਟਨਾਂ ਨੂੰ ਅਤੇ ਇਹ ਕਾਂਗਰਸ ਨੂੰ ਵੋਟ ਪਾਉਂਦੇ ਹੈ, ਉਹਨਾਂ ਨੂੰ ਵੀ ਵੇਕਅਪ ਕਾਲ ਹੈ ਕਿ ਤੁਸੀਂ ਹੁਣ ਉੱਠੋ, ਦੇਖੋ ਕੀ ਤੁਹਾਡੀ ਕੌਮ ਦਾ ਹੋ ਰਿਹਾ ਹੈ। ਕਿ ਜਿਸ ਨੇ 10ਵੇਂ ਪਾਤਸ਼ਾਹ ਦੇ ਪੁਸ਼ਾਕ ਪਾ ਕੇ
ਉਹ ਵੀ ਡਰਾਮਾ ਕੀਤਾ ਸੀਗਾ ਅਤੇ ਉਹ ਬਾਦਲਾਂ ਨੇ ਰੱਦ ਕਰਤੀ ਸੀ ਉਹ FIR। ਅਤੇ ਮੇਰਾ ਮਤਲਬ ਕੋਈ ਨਾ ਕੋਈ ਸੁਰਤ ਤਾਂ ਹੋਣੀ ਚਾਹੀਦੀ ਹੈ ਨਾ ਇਹ ਆਪਣੀ ਕੌਮ ਨੂੰ, ਜਿਹੜੀ ਸੁਰਤ ਗਵਾਈ ਹੋਈ ਹੈ ਅਜੇ ਤੱਕ। ਕਈ ਲੋਕ ਇਹ ਵੀ ਲਿਖਦੇ ਆ, ਮੈਂ ਪੜ੍ਹਦਾ ਅਕਸਰ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ 'ਤੇ, ਕਹਿੰਦੇ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਦਿੱਤਾ ਸੀ ਉਦੋਂ, ਕਹਿੰਦੇ ਸ੍ਰੀ ਸਾਹਿਬ ਦਾ ਮੁੱਦਾ ਇਹਨਾਂ ਨੇ ਚੁੱਕ ਲਿਆ, ਕਹਿੰਦੇ ਮੁੱਦੇ ਨਹੀਂ ਕਹਿੰਦੇ ਸਾਡੇ ਚੁੱਕੇ, ਸ੍ਰੀ ਸਾਹਿਬ ਦਾ ਮੁੱਦਾ ਚੁੱਕ ਲਿਆ। ਕੀ ਕਹੋਗੇ ਉਹਨਾਂ ਨੂੰ? ਇਹ ਤਾਂ ਬੜੀ ਸਟੇਲ ਜੀ ਖਬਰ ਤੁਸੀਂ ਸੁਣੀ ਹੈ ਕਿ ਇਹ ਤਾਂ ਬਹੁਤ ਚਿਰ ਹੋ ਗਈ। ਇਹ ਜਿਹੜੀ ਕਿਰਪਾਨ ਹੈ ਇਹ ਤਾਂ 6ਵੇਂ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ ਉਸ ਸਮੇਂ ਦੇ ਵਿੱਚ ਜਦੋਂ ਸਿੱਖ ਗੈਰ ਮੁਸਲਮਾਨ ਕਿਰਪਾਨ ਨਹੀਂ ਸੀ ਰੱਖ ਸਕਦਾ, ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ, ਤਾਜ ਨਹੀਂ ਸੀ ਪਹਿਨ ਸਕਦਾ, ਬਾਜ ਦੇ ਨਾਲ ਸ਼ਿਕਾਰ ਨਹੀਂ ਸੀ ਖੇਡ ਸਕਦਾ, ਉਦੋਂ ਦੀ ਸਾਨੂੰ ਦਿੱਤੀ ਹੋਈ ਹੈ। ਇਹ ਇੱਕ ਕੌਨਸਟੀਟਿਊਸ਼ਨ ਦੇ ਵਿੱਚ ਵੀ ਲਿਖਿਆ ਹੈ ਕਿ ਸਿੱਖਸ ਕੈਨ ਵੇਅਰ ਐਂਡ ਕੀਪ ਦ ਕਿਰਪਾਨ। ਅਤੇ ਮੇਰਾ ਮਤਲਬ ਉਹਦੇ 'ਚ ਮੇਰੇ ਖਿਲਾਫ ਕਿਉਂ ਪ੍ਰੋਪੇਗੈਂਡਾ ਇਹੋ ਜਿਹਾ ਸਿੱਖਾਂ ਨੇ ਕੀਤਾ ਹੈਗਾ, ਅਤੇ ਬੜੇ ਬੜੇ ਚੰਗੇ ਸਿੱਖਾਂ ਨੇ ਕੀਤਾ ਇਹਦੇ ਬਾਰੇ। ਅਤੇ ਇਹਦੇ ਵਿੱਚ ਰੁਕਾਵਟ ਕਾਹਦੀ ਪਾਤੀ ਮੈਂ? ਅਤੇ ਬਾਦਲਾਂ ਨੇ 5 ਵਾਰੀ ਚੀਫ ਮਿਨਿਸਟਰੀਆਂ ਕੀਤੀਆਂ, ਕੈਪਟਨ ਸਾਹਿਬ ਨੇ 2 ਵਾਰੀ ਕੀਤੀਆਂ, ਅਤੇ ਉਹ ਵੀ ਤਾਂ ਮੈਨੂੰ ਦੱਸ ਦਿਓ ਕਿਹੜਾ ਚੰਦ ਚਾੜ੍ਹਿਆ ਉਹਨਾਂ ਨੇ। ਕਿਹਾ ਕਿ ਮੁੱਦਾ ਸੀ ਇਹ ਇੱਕ, ਸ੍ਰੀ ਸਾਹਿਬ ਗੁਰੂ ਸਾਹਿਬ ਨੇ ਬਖਸ਼ੀ ਸੀ, ਪਰ ਜਿਹੜੇ ਲੋਕ ਤੁਸੀਂ ਕਿਹਾ ਪ੍ਰੋਪੇਗੈਂਡਾ ਜਿਨ੍ਹਾਂ ਨੇ ਚਲਾਇਆ, ਉਹਨਾਂ ਨੇ ਚਲਾਇਆ ਜਾਂ ਉਹਨਾਂ ਤੋਂ ਚਲਵਾਇਆ ਗਿਆ, ਤੁਹਾਨੂੰ ਕੀ ਲੱਗਦਾ? ਉਹਨਾਂ ਤੋਂ ਹਕੂਮਤ ਨੇ ਚਲਾਇਆ ਗਿਆ, ਅਤੇ ਜਿਹੜੇ STPC ਦੇ ਪ੍ਰਚਾਰਕ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਚਾਰ ਪਿੰਡਾਂ 'ਚ ਕੀਤਾ, ਸਾਰਾ ਕੁਛ ਕੀਤਾ। ਅਤੇ ਹੁਣ ਤੁਸੀਂ ਮੈਨੂੰ ਦੱਸੋ, ਜੇ ਮੈਂ ਕਿਰਪਾਨ ਫੜੀ ਹੈ ਅਤੇ ਸਿੱਖ ਇੱਧਰਲੇ ਪਾਸਿਓਂ ਝਾੜੂ ਫੜ ਰਹੇ ਹੈ, ਕਿ ਮੇਰਾ ਮਤਲਬ ਕੋਈ ਗਿਰਾਵਟ ਨਹੀਂ ਹੈ ਸਿੱਖ ਕੌਮ ਦੇ ਵਿੱਚ ਆਈ ਹੋਈ ਕਿ ਇੱਕ ਪਾਸੇ ਗੁਰੂ ਸਾਹਿਬ ਨੇ ਸਾਨੂੰ ਇੱਕ ਇੱਜ਼ਤ ਦੀ ਨਿਸ਼ਾਨੀ ਦਿੱਤੀ ਹੈ, ਇੱਕ ਸੋਵਰੇਨਿਟੀ ਦੀ ਦਿੱਤੀ ਹੈ, ਬਾਦਸ਼ਾਹੀ ਦੀ, ਗਰੀਬ ਸਿੱਖੋਂ ਕੋ ਦੂਮ ਬਾਦਸ਼ਾਹੀ। ਅਤੇ ਉੱਧਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਖਤਮ ਕਰਕੇ ਝਾੜੂ ਚੁਕਾਤਾ ਹੈ। ਅਤੇ ਜੇ ਸਿੱਖਾਂ ਨੂੰ ਕਿਰਪਾਨ ਦੇ ਬਦਲੇ ਝਾੜੂ ਪਸੰਦ ਹੈ ਤਾਂ ਜਮਹੂਰੀਅਤ ਦੇ ਦਿਨ ਹੈ, ਉਹਦੇ 'ਚ ਆਪਾਂ ਕੀ ਕਰ ਸਕਦੇ ਹਾਂ? ਉਹਨਾਂ ਦੀਆਂ ਖੁਸ਼ੀਆਂ ਨੂੰ ਮੁਬਾਰਕ ਹੋਏ। ਮਾਨ ਸਾਹਿਬ, ਇੱਕ ਹੁਣੇ ਇੱਕ ਘਟਨਾ ਵਾਪਰੀ ਹੈ ਕਰਨਾਟਕਾ ਦੇ ਵਿੱਚ ਕਿ ਇੱਕ ਲੜਕੀ ਹਿਜਾਬ ਪਾ ਕੇ, ਬੁਰਕਾ ਪਾ ਕੇ ਸਕੂਲ ਜਾਂਦੀ ਹੈ। ਕੁਝ ਲੋਕਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ, ਉੱਥੇ ਜਿਹੜੇ ਨਾਅਰੇ ਲਾਏ ਜਾਂਦੇ ਨੇ ਇੱਕ ਫਿਰਕੇ ਦੇ, ਇੱਕ ਧਰਮ ਦੇ, ਅਤੇ ਉੱਥੇ ਤਿਰੰਗਾ ਉਤਾਰ ਕੇ ਸੰਘ ਦਾ ਜਿਹੜਾ ਝੰਡਾ ਲਹਿਰਾਇਆ ਜਾਂਦਾ। ਇਸ ਘਟਨਾ ਨੂੰ ਕਿਵੇਂ ਦੇਖਦੇ ਹੋ? ਤੁਹਾਡਾ ਰਿਐਕਟ ਕੀ ਹੈ ਇਸ 'ਤੇ, ਪ੍ਰਤੀਕਰਮ ਕੀ ਹੈ? ਕਿਹੜੇ ਸੰਘ ਦਾ ਤਿਰੰਗਾ ਲਾਤਾ? ਤਿਰੰਗਾ ਉਤਾਰ ਕੇ ਉੱਥੇ RSS ਦਾ ਝੰਡਾ ਲਾਇਆ ਜਾਂਦਾ ਕੁਝ ਲੋਕਾਂ ਦੇ ਵੱਲੋਂ। ਅਤੇ ਉਹ ਕਿਹਨੇ ਉਤਾਰਤਾ? ਲੋਕਾਂ ਨੇ ਉਤਾਰਤਾ। ਪਰ ਇਹ ਤਾਂ ਸ਼ੁਰੂ ਤੋਂ ਮੁਸਲਮਾਨਾਂ ਅਤੇ ਸਿੱਖਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ ਵੀ ਜਿਹੜੀ ਹਕੂਮਤ ਹੈ, ਬੇਸ਼ੱਕ 1947 ਤੋਂ ਜਿਹੜੀਆਂ ਹਕੂਮਤਾਂ ਚੱਲੀਆਂ, ਇਹ ਤਾਂ ਬਹੁਤ ਨਫ਼ਰਤ ਕਰਦੀਆਂ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ, ਈਸਾਈ ਹੈ, ਮੁਸਲਮਾਨ ਹੈ, ਸਿੱਖ ਹੈ। ਅਤੇ ਇਹ ਜਿਹੜਾ ਕਿਸੇ ਦਾ ਧਾਰਮਿਕ ਚਿੰਨ੍ਹ ਲਾ ਦੇਣਾ ਅਤੇ ਉਸ ਨੂੰ ਇਜਾਜ਼ਤ ਨਾ ਦੇਣੀ ਸਕੂਲ ਅਤੇ ਕਾਲਜ ਦੇ ਵਿੱਚ ਜਾਣ ਦੀ, ਇਹ ਤਾਂ ਬਹੁਤ ਧੱਕਾ ਹੈ, ਅਤੇ ਅਸੀਂ ਤਾਂ ਨਹੀਂ ਇਸ ਨੂੰ ਠੀਕ ਸਮਝਦੇ। ਹੁਣ ਫਰਾਂਸ ਦੇ ਵਿੱਚ ਸਿੱਖ ਨੂੰ ਸਾਫਾ ਨਹੀਂ ਪਹਿਨਣ ਦਿੰਦੇ। ਉੱਥੇ ਮਨਮੋਹਨ ਸਿੰਘ ਸਾਡੇ ਪ੍ਰਾਈਮ ਮਿਨਿਸਟਰ ਵੀ ਜਾ ਕੇ ਆਏ ਹੈ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਫਰਾਂਸ ਦੇ ਵਿੱਚ ਸਿੱਖਾਂ ਨੂੰ ਸਾਫਾ ਨਹੀਂ ਪਹਿਨਣ ਦਿੰਦੇ। ਉਹਨਾਂ ਨੂੰ ਪਤਾ ਸੀਗਾ, ਪਰ ਮੇਰਾ ਮਤਲਬ ਹੈ ਕਿ ਉਹਦੇ 'ਤੇ ਚੁੱਪ ਕਰ ਜਾਣਾ ਅਤੇ ਬੇਸ਼ਰਮੀ ਦੀ ਗੱਲ ਹੈ। ਅਤੇ ਫਰਾਂਸ ਦੇ ਵਿੱਚ ਜਿਹੜੀ ਨੈਕਟਾਈ ਪਾਉਂਦੇ ਆ ਸਾਰੇ ਪਾਰਲੀਮੈਂਟ ਦੇ, ਅਸੈਂਬਲੀ ਦੇ ਮੈਂਬਰ, ਸਾਰਾ ਬਿਊਰੋਕਰੇਸੀ ਪਾਉਂਦੀ ਹੈ ਟਾਈ। ਉਹ ਤਾਂ ਨਿਸ਼ਾਨੀ ਹੈ ਕਿ ਜਦੋਂ ਈਸਾ ਮਸੀਹ ਨੂੰ ਕਰੂਸੀਫਾਈ ਕੀਤਾ ਗਿਆ ਸੀਗਾ, ਉਹਨਾਂ ਨੂੰ ਕ੍ਰੋਸ ਦੇ ਉੱਤੇ ਟੰਗਿਆ ਗਿਆ ਸੀਗਾ, ਉਹਦੀ ਨਿਸ਼ਾਨੀ ਹੈਗੀ ਹੈ। ਫਿਰ ਉਹ ਮਜ਼ਹਬ ਦੀ ਨਿਸ਼ਾਨੀ ਨਹੀਂ ਹੈ ਫਰਾਂਸ ਦੇ ਵਿੱਚ। ਜੇ ਸਾਫੇ ਦੀ ਕਹਿੰਦੇ ਆ ਕਿ ਮਜ਼ਹਬ ਦੀ ਨਿਸ਼ਾਨੀ ਹੈ, ਜਦ ਕਿ ਮਜ਼ਹਬ ਦੀ ਨਿਸ਼ਾਨੀ ਨਹੀਂ। ਸਾਊਥ ਏਸ਼ੀਆ ਦੇ ਵਿੱਚ ਅਤੇ ਈਰਾਨ, ਇਰਾਕ ਦੇ ਵਿੱਚ ਵੀ ਸਾਫਾ ਪਹਿਨਿਆ ਜਾਂਦਾ ਹੈ,
ਤੇ ਅਫਰੀਕਾ ਦੀਆਂ ਕੰਟਰੀਜ਼ ਦੇ ਵਿੱਚ ਵੀ ਸਾਫਾ ਪਹਿਨਿਆ ਜਾਂਦਾ ਕਈਆਂ ਦੇ ਵਿੱਚ। ਤੇ ਮੈਂ ਤਾਂ ਨਹੀਂ ਸਮਝਦਾ ਕਿ ਸਾਫਾ ਕੋਈ ਇਹ ਧਾਰਮਿਕ ਚਿੰਨ੍ਹ ਹੈਗਾ ਜਿਹਦੇ 'ਤੇ ਇਹ ਫਰਾਂਸ ਨੇ ਪਾਬੰਦੀ ਲਾਈ ਹੈ। ਮੈਂ ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਫਰਾਂਸ ਦੇ ਪ੍ਰੈਜ਼ੀਡੈਂਟਸ ਨੂੰ ਕਿ ਜੇ ਤੁਸੀਂ ਨੈਕਟਾਈ ਲਾ ਲੈਂਦੇ ਹੋ ਉਹ ਵੀ ਤਾਂ ਧਰਮ ਦੀ ਨਿਸ਼ਾਨੀ ਹੈ, ਅਤੇ ਫਿਰ ਸਾਡੇ ਸਾਫੇ ਦੇ ਉੱਤੇ ਕਾਹਦੀ ਪਾਬੰਦੀ ਲਾਈ ਹੈ। ਫਿਰ ਸਰਦਾਰ ਮਨਮੋਹਨ ਸਿੰਘ ਜਦੋਂ ਫਰਾਂਸ ਗਏ ਸੀ, ਸਾਡਾ ਡੈਲੀਗੇਸ਼ਨ ਸਰਦਾਰ ਚੈਨ ਸਿੰਘ ਸਾਡੇ ਕਨਵੀਨਰ ਹੈਗੇ ਹੈ ਫਰਾਂਸ ਦੇ ਅਤੇ ਸਾਰੇ ਯੂਰਪ ਦੇ, ਉਹਨਾਂ ਨੇ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਨਾਰਾਇਣਨ, ਉਹਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਤੁਸੀਂ ਫਰਾਂਸ ਦੇ ਨਾਲ ਕਿਉਂ ਨਹੀਂ ਇਹ ਚੀਜ਼ ਨੂੰ ਟੇਕ ਅਪ ਕਰਦੇ। ਅਤੇ ਸਰ ਚੈਨ ਸਿੰਘ ਨੇ ਕਿਹਾ ਸੀਗਾ ਕਿ ਤੁਸੀਂ ਪਣਡੁੱਬੀਆਂ ਵੀ ਫਰਾਂਸ ਤੋਂ ਖਰੀਦਦੇ ਹੋ, ਹੋਰ ਚੀਜ਼ਾਂ ਵੀ ਅਸਲਾ ਖਰੀਦਦੇ ਹੋ, ਅਤੇ ਉਨਾ ਚਿਰ ਪਾਬੰਦੀ ਲਾਓ ਜਿੰਨਾ ਚਿਰ ਇਹ ਸਾਫੇ ਦੇ ਉੱਤੇ ਰੋਕ ਲੱਗਦੀ ਹੈ। ਅਤੇ ਜੇ ਹਿਜਾਬ ਨਹੀਂ ਪਹਿਨਣ ਦਿੰਦੇ ਬੁਰਕਾ, ਅਤੇ ਫਿਰ ਇਸਲਾਮਿਕ ਮੁਲਕ ਜਿਹੜੇ UAE ਹੈ ਉਹ ਰਾਈਫਲਾਂ ਬਣਾ ਕੇ ਇੰਡੀਅਨ ਆਰਮੀ ਨੂੰ ਦੇ ਰਹੀ ਹੈ, ਅਤੇ ਜਿਹੜਾ ਸਾਊਦੀ ਅਰੇਬੀਆ, ਇਰਾਕ ਹੈ, ਇਰਾਨ ਹੈ, ਇਹ ਇੰਡੀਆ ਨੂੰ ਤੇਲ ਦੇ ਰਹੇ ਹੈ। ਅਤੇ ਫਿਰ ਉਹਨਾਂ ਨੂੰ ਰੋਕ ਲਾਉਣੀ ਚਾਹੀਦੀ ਹੈ ਇੰਡੀਆ 'ਤੇ ਕਿ ਜੇ ਇਹ ਫਰੀਡਮ ਆਫ ਰਿਲੀਜਨ ਹੈ ਨਹੀਂ ਧਰਮ ਦੀ, ਅਤੇ ਫਿਰ ਇਸਲਾਮਿਕ ਕੰਟਰੀਜ਼ ਨੂੰ ਕੁਛ ਨਾ ਕੁਛ ਤਾਂ ਦਿਖਾਉਣਾ ਚਾਹੀਦਾ ਇਹਨਾਂ ਨੂੰ, ਇਹ ਹਿੰਦੂਤਵ ਨੂੰ। ਹੁਣ ਸਾਡਾ ਤਾਂ ਕੋਈ ਹੋਰ ਬਾਹਰ ਮੁਲਕ ਹੈ ਨਹੀਂ, ਅਸੀਂ ਤਾਂ ਆਪ ਆਪਣੇ ਜਿੰਨਾ ਵੀ ਸਾਡੇ 'ਚ ਹੈਗਾ ਅਸੀਂ ਲੜਦੇ ਹੈ। ਪਰ ਜੇ ਇਸਲਾਮਿਕ ਕੰਟਰੀਜ਼ ਹੈਗੀਆਂ ਉਹਨਾਂ ਨੂੰ ਇੰਡੀਆ ਨੂੰ ਤੇਲ ਦੇਣਾ ਇੱਕਦਮ ਬੰਦ ਕਰ ਦੇਣਾ ਚਾਹੀਦਾ ਹੈ। ਇਹੋ ਜਿਹਾ ਜੇ ਮੁਸਲਮਾਨਾਂ ਦੇ ਨਾਲ ਪਹਿਲਾਂ ਬੱਬਰੀ ਮਸਜਿਦ ਦੇ ਉੱਤੇ ਹਿੰਦੂਤਵਾ ਨੇ, BJP ਨੇ ਉਹ ਸ਼ਹੀਦ ਕਰਤੀ, ਉਹਨਾਂ ਦੇ ਉੱਤੇ ਮੰਦਰ ਬਣਾ ਤਾ। ਹੁਣ ਜੇ ਆਪਾਂ ਇਲੈਕਸ਼ਨਾਂ ਦੇ ਵਿੱਚ ਹੈਗੇ ਹਾਂ ਅਤੇ ਜਿਹੜੇ ਆਪਣੇ ਕੇਜਰੀਵਾਲ ਸਾਹਿਬ ਹੈ, ਹੁਣ ਜਿਹੜਾ ਨਵਾਂ ਮੰਦਰ ਬਣਿਆ ਬੱਬਰੀ ਮਸਜਿਦ ਦੇ ਉੱਤੇ, ਉੱਥੇ ਪੂਰਾ ਦੌਰਾ ਲਾ ਕੇ ਆਏ ਹੈ, ਅਤੇ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਜਿੰਨੇ ਵੀ ਹਿੰਦੂ ਇੱਥੇ ਯੋਧਿਆ ਦੇ ਵਿੱਚ ਰਾਮ ਮੰਦਰ ਦੇ ਦਰਸ਼ਨ ਕਰਨ ਆਉਣਗੇ ਉਹ ਉਹਨਾਂ ਨੂੰ ਮੁਫਤੀ ਦੇ ਵਿੱਚ ਬੱਸਾਂ ਦੇਣਗੇ, ਸਾਰਾ ਕੁਛ ਕਰਨਗੇ। ਪਰ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਸਿੱਖਾਂ ਦੇ ਲਈ ਦਰਬਾਰ ਸਾਹਿਬ ਜੇ ਕੋਈ ਯਾਤਰਾ ਕਰਨਾ ਚਾਹੇ ਤਾਂ ਉਹਨਾਂ ਨੂੰ ਬੱਸਾਂ ਦੇਵਾਂਗੇ, ਹੈ ਨਾ। ਸੋ ਇਹ ਜਿਹੜਾ ਮਤਸਬਪੂਰਨ ਅਤੇ ਇਹ ਹਿੰਦੂਤਵਾ ਦੀ ਜਿਹੜੀ ਇਹ ਪੋਲਿਸੀ ਹੈ ਘੱਟ ਗਿਣਤੀਆਂ ਦੇ ਉੱਤੇ, ਇਹਦੇ 'ਤੇ ਤਾਂ ਕੁਛ ਨਾ ਕੁਛ ਤਾਂ ਰਿਐਕਸ਼ਨ ਹੋਣਾ ਚਾਹੀਦਾ ਇਸਲਾਮਿਕ ਮੁਲਕਾਂ ਦਾ। ਫਿਰ ਕਸ਼ਮੀਰ ਦੇ ਵਿੱਚ ਕਿੰਨਾ ਜ਼ਬਰ ਹੋ ਰਿਹਾ, ਅਜੇ ਵੀ ਇਸਲਾਮਿਕ ਮੁਲਕਾਂ ਦਾ ਕੋਈ ਉਹਦੇ 'ਤੇ ਰਿਐਕਸ਼ਨ ਨਹੀਂ ਹੈ। ਪਰ ਇਹ ਤਾਂ ਹੱਦ ਹੈ ਕਿ ਇਹ ਜੇ ਬੀਬੀਆਂ ਨੂੰ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਬੁਰਕਾ ਨਹੀਂ ਪਹਿਨਣ ਦਿੰਦੇ, ਇਹ ਤਾਂ ਇਹ ਦੇਖਣ ਵਾਲੀ ਚੀਜ਼ ਹੈ। ਭਾਰਤ ਬਾਰੇ ਕਿਹਾ ਜਾਂਦਾ ਭਾਰਤ ਸੈਕੂਲਰ ਹੈ, ਧਰਮ ਨਿਰਪੱਖ ਹੈ। ਫਿਰ ਹਾਂ, ਕੌਨਸਟੀਟਿਊਸ਼ਨ ਦੇ ਬਾਰੇ ਤਾਂ ਇਹ ਕਹਿੰਦੇ ਆ ਕਿ ਅਸੀਂ ਧਰਮ ਨਿਰਪੱਖ ਹੈ। ਪਰ ਸਰਾਜ ਸਾਹਿਬ ਤੁਸੀਂ ਇਹ ਇੰਨੇ ਵੱਡੇ ਜਰਨਲਿਸਟ ਹੋ, ਮੈਂ ਦੇਖੋ ਹਿਸਟਰੀ ਔਨਰਸ ਵੀ ਕੀਤੇ ਹੈ, IAS IPS ਦਾ ਇਮਤਿਹਾਨ ਵੀ ਪਾਸ ਕੀਤਾ ਕਿ ਜਦ ਕਿ ਇੰਟਰਵਿਊ ਦੇ ਵਿੱਚ ਮੈਨੂੰ ਇੰਨੇ ਮਾਰਕਸ ਨਹੀਂ ਮਿਲੇ ਕਿ ਮੈਂ IAS ਚਲਿਆ ਜਾਂਦਾ ਜਾਂ ਫੋਰਨ ਸਰਵਿਸ ਦੇ ਵਿੱਚ ਚਲਿਆ ਜਾਂਦਾ। ਪਰ ਮੈਨੂੰ ਅਜੇ ਸਮਝ ਨਹੀਂ ਆਈ ਕਿ ਇੰਡੀਆ ਨੂੰ ਭਾਰਤ ਕਿਉਂ ਕਹਿੰਦੇ ਆ। ਤੁਸੀਂ ਦੱਸ ਸਕਦੇ ਹੋ ਮੈਨੂੰ ਕਿ ਇਹਨੂੰ ਭਾਰਤ ਕਿਉਂ ਕਿਹਾ ਜਾਂਦਾ। ਗੁਰੂ ਨਾਨਕ ਸਾਹਿਬ ਨੇ ਤਾਂ ਹਿੰਦੁਸਤਾਨ ਕਿਹਾ ਕਿ ਇਹ ਇੱਥੇ ਹੈ ਨਾ, ਭਾਰਤ ਕਿਉਂ ਕਿਹਾ ਜਾਂਦਾ ਤੁਹਾਨੂੰ ਪਤਾ? ਇਹਦਾ ਪਤਾ ਕਰਕੇ ਦਿਓ। ਭਾਰਤ ਵਰਸ਼ ਕੀ ਹੈ? ਭਾਰਤ ਵਰਸ਼ ਤਾਂ ਹੈਗਾ, ਭਾਰਤ ਮਾਤਾ ਵੀ ਕਹਿੰਦੇ ਹੈ, ਪਰ ਭਾਰਤ ਦੇ ਨਾਂ ਦੇ ਉੱਤੇ ਕਿਉਂ? ਰਾਜਾ ਭਰਤ ਤੋਂ ਜਿਹੜਾ ਨਾਂ ਪਿਆ ਸੀ ਇਹ, ਜੇ ਤੁਸੀਂ ਜਾਣਦੇ ਹੋ ਤਾਂ ਥੈਂਕ ਯੂ, ਮਿਹਰਬਾਨੀ। ਇਹ ਪਰ ਇਹ ਵੀ ਤਾਂ ਇਹ ਤੁਸੀਂ ਸੈਕੂਲਰਿਜ਼ਮ ਦੀ ਗੱਲ ਕੀਤੀ ਹੈ, ਧਰਮ ਨਿਰਪੱਖਤਾ ਦੀ, ਅਤੇ ਫਿਰ ਇਹ ਹਿੰਦੂਤਵਾ ਦੇ ਨਾਂ ਦੇ ਉੱਤੇ ਭਾਰਤ ਕਿਉਂ ਰੱਖਿਆ ਗਿਆ? ਮੈਨੂੰ ਤਾਂ ਬਹੁਤ ਇਤਰਾਜ਼ ਹੈ, ਓਬਜੈਕਸ਼ਨ ਹੈ ਇਹਦੇ 'ਤੇ। ਅਤੇ ਅੱਗੇ ਤੋਂ ਭਾਰਤ ਨਾ ਮੈਨੂੰ ਕਿਹਾ ਕਰੋ, ਇੰਡੀਆ ਕਹਿ ਦਿਆ ਕਰੋ। ਮਾਨ ਸਾਹਿਬ, ਜੇ ਮੈਂ ਗੱਲ ਕਰਾਂ ਹੈ ਨਾ, ਤੁਹਾਡੇ ਪੋਲੀਟੀਕਲ ਐਕਸਪੀਰੀਅੰਸ ਤੋਂ ਗੱਲ ਕਰਾਂ, ਜਾਂ ਤੁਸੀਂ ਐਨਾਲਿਸਿਸ ਕਰਦੇ ਹੋਵੋਗੇ ਹਰ ਚੋਣਾਂ ਦੇ ਵਿੱਚ, ਇਸ ਵਾਰ BJP ਇੰਡੀਵਿਜੂਅਲ ਤੌਰ 'ਤੇ ਪੰਜਾਬ ਦੇ ਵਿੱਚ ਆ ਕੇ ਲੜ ਰਹੀ ਹੈ। ਮਹਾਰਾਜਾ ਪਟਿਆਲਾ ਜਾਂ
ਢੀਂਡਸਾ ਵੀ ਉਹਨਾਂ ਦੇ ਨਾਲ ਲੜ ਰਹੇ ਸਭ ਨੇ। ਵੀ ਵਿੱਚ ਹੀ ਹੈ। ਬਾਦਲ ਸਾਹਿਬ ਵੀ ਤਾਂ ਵਿੱਚ ਹੀ ਹੈ। ਉਹ ਤਾਂ ਕਹਿ ਰਹੇ ਅਸੀਂ ਅਲੱਗ ਹੋ ਕੇ ਲੜ ਰਹੇ ਹਾਂ। ਕਹਿੰਦੇ ਹੈ, ਪਰ ਉਹ ਤਾਂ ਇਹ ਵੀ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਅਸੀਂ ਕਰਾਈ। ਫਿਰ ਜੱਜਾਂ ਤੋਂ ਜਾ ਕੇ ਤਾਂ ਫੈਸਲਾ ਕਰਾ ਲੈਂਦੇ ਆ ਕਿ ਇਹਦੇ ਤਫਤੀਸ਼ ਨਹੀਂ ਹੋ ਸਕਦੀ। ਬੜੇ ਪਾਵਰਫੁਲ ਹੈ ਅਤੇ ਉਹ ਜੇ ਜੋ ਕੁਛ ਕਹਿੰਦੇ ਆ ਉਹ ਸੱਚ ਥੋੜ੍ਹੀ ਹੁੰਦਾ। ਸੱਚ ਕੀ ਹੈ ਫਿਰ? ਸੱਚ ਤਾਂ ਹੈ ਕਿ ਉਹਨਾਂ ਨੂੰ ਵੋਟਾਂ ਪਾਊਗਾ ਸਾਧ। ਅਕਸਰ ਉਹਦੀ ਇਹਨਾਂ ਨੇ ਬਹੁਤ ਇਮਦਾਦ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ, ਪਰ ਜਦੋਂ ਸਾਧ ਨੇ, ਰਾਮ ਰਹੀਮ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਨਕਲ ਲਾਈ ਹੈ, ਉਹ ਵੀ FIR ਬਾਦਲ ਨੇ ਰੱਦ ਕਰਤੀ ਸੀਗੀ। ਸੋ ਬੜੇ ਆਸਾਨ ਹੈ ਸੱਸੇ ਦੇ ਉੱਤੇ। ਅਤੇ ਇਹ ਕਿਵੇਂ ਹੋ ਸਕਦਾ ਕਿ ਉਹ ਸਿੱਧੀ ਇਮਦਾਦ ਨਹੀਂ ਕਰੂਗਾ ਇਹਨਾਂ ਦੀ? ਤੁਸੀਂ ਇੰਟੈਲੀਜੈਂਟ ਹੈਗੇ ਹੋ, ਮੇਰਾ ਸਮਝ ਸਕਦੇ ਹੋ ਕਿ ਉਹ ਕਿਵੇਂ ਕਹੂਗਾ, ਕਿਹੜੇ ਮੂੰਹ ਦੇ ਨਾਲ ਇਹਨਾਂ ਨੂੰ ਕਹੂਗਾ ਕਿ ਮੈਂ ਤੁਹਾਨੂੰ ਵੋਟਾਂ ਨਹੀਂ ਪਵਾਊਂਗਾ। ਮਾਨ ਸਾਹਿਬ, ਮੇਰਾ ਸਵਾਲ ਇਹ ਸੀ ਕਿ ਤੁਹਾਡਾ ਪੋਲੀਟੀਕਲ ਐਕਸਪੀਰੀਅੰਸ ਕੀ ਕਹਿੰਦਾ ਕਿ ਜਦੋਂ ਪੰਜਾਬ ਦੇ ਵਿੱਚ ਸਿੱਧੇ ਆ ਕੇ BJP ਲੜ ਰਹੀ ਹੈ, ਮਹਾਰਾਜਾ ਪਟਿਆਲਾ ਵੀ ਉਹਨਾਂ ਦੇ ਨਾਲ ਨੇ, ਕਿਵੇਂ ਲੱਗਦਾ? ਤੁਸੀਂ ਪੰਜਾਬ ਦਾ ਭਵਿੱਖ ਕੀ ਦੇਖਦੇ ਹੋ? ਪੰਜਾਬ ਦਾ ਭਵਿੱਖ ਤਾਂ ਇਹ ਥੋੜ੍ਹਾ ਜਿਹਾ ਧੁੰਦਲਾ ਹੀ ਹੈ, ਕਿਉਂ ਕਰਕੇ BJP ਦੇ ਪ੍ਰਧਾਨ ਨਾਡਾ ਸਾਹਿਬ ਅਤੇ ਕੈਪਟਨ ਸਾਹਿਬ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਜੇ ਸਾਡੀ ਸਰਕਾਰ ਨਾ ਆਈ ਤਾਂ ਪਾਕਿਸਤਾਨ ਦੀ ਦਖਲਅੰਦਾਜ਼ੀ ਵੱਧ ਜੂਗੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਸਿੱਖ ਕੌਮ ਨੇ ਕਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਦਖਲਅੰਦਾਜ਼ੀ ਕਦੋਂ ਕਰਾਈ ਹੈ? ਅਤੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ, ਅਤੇ ਅਸੀਂ ਤਾਂ ਪਾਕਿਸਤਾਨ ਨੂੰ ਵੀ ਆਪਣੇ ਤੋਂ ਦੂਰ ਰੱਖਦੇ ਹਾਂ। ਅਤੇ ਜੇ ਐਤਕੀ ਸੰਗਤ ਨੇ ਅਕਾਲੀ ਦਲ ਅੰਮ੍ਰਿਤਸਰ ਨੂੰ ਚੰਗਾ ਹੁੰਗਾਰਾ ਭਰਿਆ, ਫਿਰ ਹਿੰਦੂਤਵਾਂ ਨੂੰ ਵੀ ਦੂਰ ਰੱਖਾਂਗੇ, ਪੰਜਾਬ ਤੋਂ ਦੂਰ ਰੱਖਾਂਗੇ ਦਿੱਲੀ ਨੂੰ। ਅਤੇ ਮੇਰਾ ਮਤਲਬ ਹੈ ਕਿ ਜੇ ਪਾਕਿਸਤਾਨ ਕਿਵੇਂ ਆ ਸਕਦਾ ਜੇ BJP ਕਹਿੰਦੀ ਹੈ ਕਿ ਜੇ ਅਸੀਂ ਨਾ ਜਿੱਤੇ ਤਾਂ ਪਾਕਿਸਤਾਨ ਅੰਦਰ ਆ ਜਾਊਗਾ? ਇਹ ਤਾਂ ਸਿੱਧਾ ਸਿੱਖਾਂ ਦੇ ਉੱਤੇ ਇੱਕ ਬਹੁਤ ਬੇਅਤਬਾਰੀ ਦਾ ਮਤਾ ਪਾਸ ਕੀਤਾ। ਅਤੇ ਕੈਪਟਨ ਸਾਹਿਬ ਵੀ ਵਿੱਚ ਸੀਗੇ ਅਤੇ ਹੋਰ ਵੀ ਸਾਬਕਾ ਅਕਾਲੀ ਉਸ ਮੀਟਿੰਗ ਦੇ ਵਿੱਚ ਸੀਗੇ। ਮੈਨੂੰ ਤਾਂ ਨਹੀਂ ਠੀਕ ਲੱਗਿਆ ਹੈਗਾ। ਕੈਪਟਨ ਸਾਹਿਬ ਦੀ ਗੱਲ ਚੱਲੀ ਹੈ, ਜਿਹੜੇ ਕੈਪਟਨ ਕਦੇ ਅਸਤੀਫਾ ਦਿੰਦੇ ਨੇ ਕਾਂਗਰਸ ਦੀ MPਸ਼ਿਪ ਤੋਂ ਪੰਜਾਬ ਦੇ ਲਈ ਖੜਨ ਦੇ ਲਈ, ਅੱਜ ਕੈਪਟਨ ਕੀ ਲੱਗਦਾ ਕਿਉਂ ਚਲੇ ਗਏ ਉੱਧਰ ਨੂੰ? ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ BJP ਪੰਜਾਬ 'ਚ ਐਂਟਰ ਕਰਨਾ ਚਾਹੁੰਦੀ ਹੈ, ਅੱਜ ਕਿਉਂ ਉੱਧਰ ਚਲੇ ਗਏ? ਤੁਹਾਨੂੰ ਕੀ ਲੱਗਦਾ? ਕਰਕੇ ਕੈਪਟਨ ਸਾਹਿਬ ਨੇ ਜਿਹੜੀਆਂ ਸੌਹਾਂ ਚੱਕੀਆਂ ਸੀ ਗੁਟਕਾ ਸਾਹਿਬ ਚੱਕ ਕੇ ਕਿ ਜਿਹੜੇ ਬਰਗਾੜੀ ਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਮੈਂ ਫੜ ਕੇ ਅੰਦਰ ਦੇਵਾਂਗਾ, ਅਤੇ ਜਿਹੜੇ ਇਹ ਵਪਾਰ ਕਰਦੇ ਹੈ ਨਸ਼ੇ ਦੀਆਂ ਦਵਾਈਆਂ ਦਾ ਅਤੇ ਨਸ਼ੇ ਵੇਚਦੇ ਹੈ ਹੈਰੋਇਨ ਫੀਮ, ਉਹਨਾਂ ਨੂੰ ਵੀ ਫੜ ਕੇ ਅੰਦਰ ਦਊਂਗਾ। ਉਹ ਦੋਨੋਂ ਵਾਅਦੇ ਤਾਂ ਪੂਰੇ ਕੀਤੇ ਨਹੀਂ, ਅਤੇ ਫਿਰ ਇਹਦੇ ਨਾਲ ਕਾਂਗਰਸ ਦੀ ਬਦਨਾਮੀ ਹੋ ਰਹੀ ਸੀ। ਕਾਂਗਰਸ ਨੇ ਆਪ ਹੀ ਉਹਨਾਂ ਨੂੰ ਪਰਾਂ ਕਰਤਾ ਕਿ ਇਹਨਾਂ ਨੇ ਤਾਂ ਇਹ ਜਿੰਨੇ ਵੀ ਵਾਅਦੇ ਕੀਤੇ ਸੀਗੇ, ਅਤੇ ਕਾਂਗਰਸ ਦਾ ਜਿਹੜਾ ਵੀ ਪ੍ਰੋਗਰਾਮ ਹੈਗਾ ਉਹ ਬਿਲਕੁਲ ਲਾਗੂ ਨਹੀਂ ਕੀਤਾ। ਅਤੇ ਇਹ ਜਿਹੜੇ ਪ੍ਰੋਮਿਸਿਸ ਹੁੰਦੇ ਆ, ਵਾਅਦੇ ਹੁੰਦੇ ਆ, ਹੁਣ ਇੰਦਰਾ ਗਾਂਧੀ ਨੇ 60 ਸਾਲ ਪਹਿਲਾਂ ਕਿਹਾ ਸੀਗਾ ਕਿ ਮੈਂ ਜੇ ਕਾਂਗਰਸ ਨੂੰ ਅੱਗੇ ਲਿਆਉਂਗਾ ਮੈਂ ਰੋਟੀ ਕੱਪੜਾ ਮਕਾਨ ਦੇਵਾਂਗੀ। ਅਤੇ ਹੁਣ ਤੁਸੀਂ ਜਰਨਲਿਸਟ ਹੋ, ਤੁਸੀਂ ਦੱਸੋ ਕਿ ਇਹ ਗਰੀਬਾਂ ਦੇ ਕੋਲ ਇਹ ਸਾਰੀਆਂ ਚੀਜ਼ਾਂ ਹੈਗੀਆਂ? ਹੁਣ ਮੀਂਹ ਪਏ ਆ ਪਿਛਲੇ ਹਫ਼ਤੇ ਇੰਨੇ, ਅਤੇ ਗਰੀਬਾਂ ਦੀਆਂ ਤਾਂ ਛੱਤਾਂ ਚੋਈ ਜਾਂਦੀਆਂ ਸੀਗੀਆਂ। ਅਤੇ ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਜਿਹੜੇ ਸਾਡੇ ਗਰੀਬ ਹੈਗੇ ਹੈ ਉਹਨਾਂ ਦੇ ਕੋਲ ਸਿਰਫ ਇੱਕ ਕਮਰਾ ਹੀ ਹੈ ਜਿੱਥੇ ਮੀਆਂ ਬੀਬੀ ਸੌਂਦੇ ਹੈ। ਉਹਨਾਂ ਦੀ ਨੂੰਹ ਅਤੇ ਉਹਦਾ ਮੁੰਡਾ ਵੀ ਉਸੇ ਕਮਰੇ 'ਚ ਸੌਂਦਾ ਹੈ। ਜੇ ਕੁੜੀ ਅਤੇ ਜਵਾਈ ਆ ਜੇ ਘਰ ਦੇ ਵਿੱਚ, ਉਹ ਵੀ ਉਸੇ ਕਮਰੇ ਦੇ ਵਿੱਚ ਸੌਂਦਾ ਹੈ। ਅਤੇ ਇਹਨਾਂ ਨੇ ਗਰੀਬਾਂ ਦੇ ਲਈ ਕੀਤਾ ਕੀ ਹੈ? ਕਿੰਨੀਆਂ ਪਾਰਟੀਆਂ ਹੋ ਚੁੱਕੀਆਂ, ਅਤੇ ਇਹਨਾਂ ਨੂੰ ਸੁਰਤ ਨਹੀਂ ਕਿ ਇਸ ਤਰ੍ਹਾਂ ਦੇ ਹਾਲਾਤ ਸਾਡੇ ਪੰਜਾਬ ਦੇ ਵਿੱਚ ਹੈਗੇ ਹੈ ਕਿ ਸਾਡੇ ਗਰੀਬ ਆਦਮੀ ਉਹ ਪਰਦਾ ਹੀ ਨਹੀਂ ਰੱਖ ਸਕਦੇ ਆਪਣੀ ਨੂੰਹ ਤੋਂ ਜਾਂ ਆਪਣੇ ਜਵਾਈ ਤੋਂ। ਅਤੇ ਇਹ ਤਾਂ ਬਹੁਤ ਸ਼ਰਮ ਦੀ ਗੱਲ ਹੈ। ਇੰਨੀਆਂ ਇਲੈਕਸ਼ਨਸ ਲੜੀਆਂ ਨੇ ਤੁਸੀਂ, ਜਾਂ ਪੁਲਿਸ ਦੇ ਵਿੱਚ ਰਹਿੰਦਿਆਂ ਵੀ, ਮੈਂ ਪੁੱਛਣਾ ਚਾਹੂੰਗਾ ਕੁਛ ਮਿਸ ਕਰਦੇ ਹੋ ਜੋ ਪਿੱਛੇ ਰਹਿ ਗਿਆ? ਮੈਂ ਤਾਂ ਦੇਖੋ ਇੱਕ ਆਈਡੀਓਲੋਜੀ, ਇੱਕ ਸੋਚ ਨੂੰ ਅੱਗੇ ਲੈ ਕੇ ਤੁਰ ਰਿਹਾ ਹੈ ਨਾ।
ਫਿਰ ਇਲੈਕਸ਼ਨ ਆਉਂਦੇ ਹੈ ਜਾਂਦੇ ਹੈ ਅਤੇ ਅਸੀਂ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਆਪਣੀ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਅਤੇ ਜੇ ਮੈਂ ਹਾਰ ਜਾਂਦਾ, ਮੈਂ ਪਰਸਨਲੀ ਤਾਂ ਨਹੀਂ ਹਾਰਦਾ, ਜਿਹੜੀ ਆਈਡੀਓਲੋਜੀ ਹੈ ਉਸ ਨੂੰ ਸੱਟ ਲੱਗਦੀ ਹੈ। ਅਤੇ ਆਈਡੀਓਲੋਜੀ ਕਿਉਂ ਕਰਕੇ ਸੋਚ ਬਹੁਤ ਜ਼ਰੂਰੀ ਹੈ, ਜਿਹੜੀ ਸੰਤ ਜਰਨੈਲ ਸਿੰਘ ਦੀ ਹੈਗੀ ਹੈ, ਇਸ ਨੂੰ ਲਾਗੂ ਕਰਨਾ। ਅਤੇ ਮੈਂ ਤਾਂ ਜਿੱਦਣ ਹਾਰਦਾ ਅਗਲੇ ਦਿਨ ਫਿਰ ਮੈਂ ਕੈਂਪੇਨ ਦੇ ਉੱਤੇ ਤੁਰ ਪੈਂਦਾ। ਪਰ ਜਿਹੜੇ ਬੰਦੇ ਹਾਰਦੇ ਹੈ ਉਹ ਤਾਂ 6-6 ਮਹੀਨੇ ਮੰਜਾ ਹੀ ਆਪਣਾ ਤੋੜਦੇ ਰਹਿੰਦੇ ਹੈ ਅਤੇ ਉਹ ਤਾਂ ਉੱਠਦੇ ਹੀ ਨਹੀਂ। ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇਲੈਕਸ਼ਨ ਹਾਂ ਇੱਕ ਚੀਜ਼ ਹੈ ਜਿੱਥੇ ਤੁਸੀਂ ਆਪਣੀ ਮੰਜ਼ਿਲ ਦੇ ਤੈਅ ਕਰ ਸਕਦੇ ਹੋ, ਪਰ ਉਹ ਇਹ ਤਾਂ ਨਹੀਂ ਕਿ ਤੁਹਾਨੂੰ ਇਹ ਮੰਜੇ 'ਤੇ ਹੀ ਪਾ ਦੇਵੇ ਜੇ ਹਾਰ ਹੋ ਜੇ। ਮੇਰੀ ਤਾਂ ਹਾਰ ਹੋਈ ਨਹੀਂ, ਮੈਂ ਤਾਂ ਜਿਹੜੀ ਸੋਚ ਉਹਨੂੰ ਅੱਗੇ ਲੈ ਕੇ ਚੱਲ ਰਿਹਾ ਅਤੇ ਜੇ ਮੇਰੀ ਕੌਮ ਨੂੰ ਉਹ ਮਨਜ਼ੂਰ ਨਹੀਂ ਹੈ ਅਤੇ ਫਿਰ ਗੁੱਡ ਲੱਕ ਟੂ ਦੈਮ, ਮੈਨੂੰ ਤਾਂ ਨਹੀਂ ਉਹਦੇ 'ਤੇ ਫਰਕ ਪੈਂਦਾ। ਪਰ ਫਿਰ ਵੀ ਕੋਈ ਇਹੋ ਜਿਹੀ ਚੀਜ਼ ਜਿਹੜੀ ਸਿਮਰਨਜੀਤ ਮਾਨ ਅੱਜ ਮਿਸ ਕਰਦੇ ਨੇ? ਮੈਂ ਤਾਂ ਕੁਛ ਚੀਜ਼ ਨਹੀਂ ਮਿਸ ਕਰਦਾ। ਮੈਂ ਇਹ ਮਿਸ ਕਰਦਾ ਕਿ ਤੁਸੀਂ ਮੇਰੇ ਨਾਂ ਦੇ ਨਾਲ ਸਿੰਘ ਨਹੀਂ ਲਾਇਆ। ਸਿੰਘ ਜ਼ਰੂਰ ਲਾਇਆ ਕਰੋ, ਕਿਉਂ ਕਰਕੇ ਜਿਹੜੀਆਂ ਹਿੰਦੂਤਵਾ ਦੀਆਂ ਅਖਬਾਰਾਂ ਹੈਗੀਆਂ ਇਹ ਹੁਣ ਸਿੰਘ ਨਹੀਂ ਲਾਉਂਦੀਆਂ ਹੈਗੀਆਂ। ਇਹ ਜਿਹੜਾ ਕਿ ਮੈਂ ਬਹੁਤ ਮਹਿਸੂਸ ਕਰਦਾ ਅਤੇ ਇਸ ਕਰਕੇ ਤੁਸੀਂ ਸ਼ਾਇਦ ਪਤਾ ਕਰਿਓ, ਕੋਈ ਵੀ ਇੰਡੀਆ ਦੀ ਚੈਨਲ ਜਾਂ ਇੱਥੇ ਮੇਨ ਲਾਈਨ ਨਿਊਜ਼ਪੇਪਰਸ ਇੱਥੇ ਸਾਡਾ ਨਾਂ ਨਹੀਂ ਇਸਤੇਮਾਲ ਕਰਦੇ, ਬਿਕੋਜ਼ ਆਪਾਂ ਕਹਿੰਦੇ ਹਾਂ ਕਿ ਤੁਸੀਂ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਹੋ ਅਤੇ ਤੁਸੀਂ ਸਿੰਘ ਨਹੀਂ ਲਾਉਂਦੇ। ਅਤੇ ਫਿਰ ਤੁਸੀਂ ਮਿਸਟਰ ਨਰਿੰਦਰ ਮੋਦੀ ਨੂੰ ਨਰਿੰਦਰ ਹੀ ਕਹਿ ਦਿਆ ਕਰੋ, ਉੱਥੇ ਅੱਗੇ ਮੋਦੀ ਕਿਉਂ ਲਾਉਂਦੇ ਹੋ? ਜੇ ਤੁਸੀਂ ਕੈਪਟਨ ਸਾਹਿਬ ਨੂੰ ਸਿਰਫ ਅਮਰਿੰਦਰ ਕਰਕੇ ਲਿਖਣਾ ਹੈ ਅਤੇ ਅਫਸੋਸ ਹੈ ਕਿ ਇਹ ਕਦੇ ਵੀ ਇਤਰਾਜ਼ ਨਹੀਂ ਕਰਦੇ। ਸੁਖਬੀਰ ਵੀ ਨਹੀਂ ਕਰਦਾ ਹੈਗਾ। ਸੁਖਬੀਰ ਤਾਂ ਸਗੋਂ ਆਪਣੇ ਬੋਰਡ ਲਾ ਰਿਹਾ ਇਹ ਵੱਡੇ ਵੱਡੇ ਕਿ ਸੁਖਬੀਰ ਨੂੰ ਅੱਗੇ ਲਿਆਓ, ਉਹ ਤਾਂ ਆਪ ਹੀ ਛੱਡ ਗਿਆ ਸਿੰਘ ਲਾਉਣਾ। ਸੋ ਇਹ ਤਾਂ ਥੋੜ੍ਹੀ ਜਿਹੀ ਸ਼ਰਮ ਦੀ ਗੱਲ ਹੈ। ਇਹ ਜਰਾ ਇੱਧਰਲੇ ਪਾਸੇ ਵੀ ਰੁੱਖ ਦੇਖਣਾ ਚਾਹੀਦਾ ਆਪਾਂ ਨੂੰ। ਮਾਨ ਸਾਹਿਬ, ਮੁੱਖ ਮੁਕਾਬਲਾ ਕਿਸ ਦੇ ਨਾਲ ਹੈ? ਮੇਰਾ ਹਿੰਦੂਤਵਾ ਨਾਲ ਹੈ ਸਰ ਸਾਹਿਬ। ਮੈਂ ਕੌਮ ਦੇ ਲਈ ਇੱਕ ਸੋਚ ਲੈ ਕੇ ਤੁਰਿਆ ਹੋਇਆ ਅਤੇ ਮੇਰਾ ਕਿਸੇ ਆਦਮੀ ਦੇ ਨਾਲ, ਕਿਸੇ ਕੈਂਡੀਡੇਟ ਦੇ ਨਾਲ ਮੁਕਾਬਲਾ ਨਹੀਂ ਹੋ ਸਕਦਾ। ਮੇਰਾ ਹਿੰਦੂਤਵਾ ਜਿਹੜੀ ਇੱਕ ਸੋਚ ਹੈ ਜਿਹਦੀ ਤੁਸੀਂ ਗੱਲ ਕੀਤੀ ਹੈ, ਮੁਸਲਮਾਨਾਂ ਦੇ ਖਿਲਾਫ ਚੱਲ ਰਹੇ ਹੈ, ਉਹਨਾਂ ਨੂੰ ਘੁੰਡ ਨਹੀਂ ਕੱਢਣ ਦਿੰਦੇ ਅਤੇ ਉਹਨਾਂ ਦਾ ਮਸਜਿਦ ਨੂੰ ਸ਼ਹੀਦ ਕਰਤਾ, ਉਹਦੇ ਉੱਤੇ ਮੰਦਰ ਬਣਾਤਾ। ਇਹ ਜਿਹੜੀ ਮਤਸਵੀ ਸੋਚ ਹੈ, ਹਿੰਦੂਤਵਾ ਦੀ ਸੋਚ ਹੈ, ਉਹਦੇ ਖਿਲਾਫ ਮੈਂ ਚੱਲ ਰਿਹਾ, ਉਹਦੇ ਖਿਲਾਫ ਮੈਂ ਲੜ ਰਿਹਾ ਅਤੇ ਕਿਸੇ ਇਨਸਾਨ ਦੇ ਖਿਲਾਫ ਤਾਂ ਮੈਂ ਨਹੀਂ ਲੜ ਰਿਹਾ। ਇਹ ਤੁਸੀਂ ਦੇਖ ਲਿਓ ਕਿ ਕਿਹੜਾ ਅੱਗੇ ਹੈ ਕਿਹੜਾ ਪਿੱਛੇ ਹੈ, ਤੁਹਾਡਾ ਕੰਮ ਹੈ ਜਰਨਲਿਸਟ ਦਾ, ਮੇਰਾ ਤਾਂ ਹੈ ਨਹੀਂ। ਮੈਂ ਤੁਹਾਨੂੰ ਆਪਣਾ ਦੱਸਦਾ ਕਿ ਮੈਂ ਤਾਂ ਸੋਚ ਜਿਹੜੀ ਹਿੰਦੂਤਵਾ ਦੀ ਉਹਦੇ ਖਿਲਾਫ ਲੜ ਰਿਹਾ। ਮਾਨ ਸਾਹਿਬ, ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਕੈਂਪੇਨ ਆ ਉਹ ਕਲਾਕਾਰ ਚਲਾ ਰਹੇ ਹੋਣ, ਜਿਵੇਂ ਦੀਪ ਸਿੱਧੂ, ਅਮਰਦੀਪ ਸਿੰਘ ਗਿੱਲ ਜਾਂ ਮੰਗਾ ਸਿੰਘ ਅੰਟਾਲ, ਮਤਲਬ ਸੋਨੀਆ ਮਾਨ, ਮਤਲਬ ਬੜੇ ਇੱਦਾਂ ਦੇ ਚਿਹਰੇ ਦੇਖਣ ਨੂੰ ਮਿਲ ਰਹੇ ਆ ਤੁਹਾਡੀ ਕੈਂਪੇਨ ਦੇ ਵਿੱਚ। ਹਾਂ, ਫਿਰ ਜੇ ਵੱਡੇ ਵੱਡੇ ਕਲਾਕਾਰ ਸਿੱਖ ਕੌਮੀਅਤ ਨੂੰ ਪਛਾਣ ਲਿਆ ਇਹਨਾਂ ਨੇ ਅਤੇ ਇੱਥੇ ਆ ਗਏ ਹੈ ਅਤੇ ਇਹ ਤਾਂ ਬੜੀ ਇਹ ਪੋਜ਼ੀਟਿਵ ਗੱਲ ਹੈ ਸਿੱਖਾਂ ਦੇ ਵਿੱਚ ਕਿ ਇਹ ਏਡੇ ਏਡੇ ਕਲਾਕਾਰ ਅੱਜ ਸਿੱਖ ਕੌਮ ਦੇ ਲਈ ਇੱਥੇ ਕੈਂਪੇਨ ਦੇ ਲਈ ਆਏ ਹੋਏ ਹੈ ਅਤੇ ਕੈਂਪੇਨਿੰਗ ਕਰ ਰਹੇ ਹੈ। ਇਹ ਤਾਂ ਬੜਾ ਪੋਜ਼ੀਟਿਵ ਸਾਈਨ ਹੈ। ਮੈਂ ਸਮਝਦਾ ਕਿ ਬਾਕੀ ਦੇ ਸਿੱਖਾਂ ਨੂੰ, ਉਹਨਾਂ ਨੂੰ ਵੀ ਆਪਣੀ ਕੌਮੀਅਤ ਦੇ ਵਿੱਚ ਵਾਪਸ ਆਉਣਾ ਚਾਹੀਦਾ। ਪਾਰਟੀਆਂ ਤਾਂ ਕੈਂਪੇਨ ਦੇ ਲਈ ਜਿਹੜਾ ਸਿੰਗਰ ਹਾਇਰ ਕਰਦੀਆਂ ਨੇ, ਕਲਾਕਾਰ ਹਾਇਰ ਕਰਦੀਆਂ ਨੇ, ਸਿਮਰਨਜੀਤ ਮਾਨ ਦੇ ਨਾਲ ਆਪ ਮੁਹਾਰੇ ਤੁਰ ਰਹੇ ਨੇ। ਫਿਰ ਤੁਸੀਂ ਮੇਰਾ ਸਿੰਘ ਨਹੀਂ ਪਾਇਆ ਵਿੱਚ। ਸੌਰੀ, ਸਿਮਰਨਜੀਤ ਸਿੰਘ ਮਾਨ ਦੇ ਨਾਲ। ਹਾਂ, ਕੀ ਆਪ ਮੁਹਾਰੇ ਚੱਲ ਰਹੇ ਆ? ਇਹ ਤਾਂ ਇਹਨਾਂ ਨੂੰ ਜਜ਼ਬਾ ਹੈ ਆਪਣੀ ਕੌਮ ਦਾ, ਇਸ ਕਰਕੇ ਕੌਮੀਅਤ ਦੀ ਲੜਾਈ ਮੈਂ ਲੜ ਰਿਹਾ। ਜੇ ਤਾਂ ਮੈਂ ਨਿੱਜੀ ਤੌਰ 'ਤੇ ਲੜਦਾ ਹੁੰਦਾ ਫਿਰ ਸ਼ਾਇਦ ਨਾ ਆਉਂਦੇ, ਪਰ
ਅਸੀਂ ਕੌਮੀਅਤ ਦੇ ਲਈ ਲੜ ਰਹੇ ਹਾਂ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਾਡੀ ਲੜਾਈ ਹੈਗੀ ਹੈ ਕੌਮੀਅਤ ਅਤੇ ਹਿੰਦੂਤਵਾ ਦੇ ਖਿਲਾਫ, ਅਤੇ ਉਸ ਦੇ ਵਿੱਚ ਇਹ ਆ ਰਿਹਾ ਹੈ। ਮੇਰੇ ਲਈ ਤਾਂ ਨਹੀਂ ਕੋਈ ਆ ਰਿਹਾ, ਇਹਨਾਂ 'ਚ ਬਹੁਤ ਤਬਦੀਲੀ ਆਈ ਹੈ ਅਤੇ ਮੈਂ ਸਮਝਦਾ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਸਿੱਖਾਂ ਦੇ ਵਿੱਚ ਤਬਦੀਲੀ ਆ ਰਹੀ ਹੈ ਕੌਮੀਅਤ ਵੱਲ, ਹੈ ਨਾ। ਜੇ ਮੈਂ ਪੁੱਛਾਂ ਕਿੰਨੀਆਂ ਸੀਟਾਂ 'ਤੇ ਲੀਡ ਲੈ ਕੇ ਜਾਓਗੇ? ਇਹ ਨਹੀਂ ਮੈਂ ਕਹਿ ਸਕਦਾ, ਪਰ ਹੁਣ ਹਵਾ ਚੱਲ ਪਈ ਹੈ ਅਤੇ ਇਹ ਕਾਫੀ ਸੀਟਾਂ ਹੋਣਗੀਆਂ ਆਪਣੀ ਪਾਰਟੀ ਦੀਆਂ। ਆਖਰੀ ਸਵਾਲ ਹੈ ਜੀ, ਅਸੈਂਬਲੀ ਜਾਂਦੇ ਹੋ, ਜਿੱਤ ਕੇ ਜਾਂਦੇ ਹੋ ਜਾਂ ਸੱਤਾ ਚਾਹੁੰਦੇ ਹੋ, ਪੰਜਾਬ ਦੇ ਲਈ ਕੀ ਮਿਲੂਗਾ ਦੇਖਣ ਨੂੰ? ਸਿਮਰਨਜੀਤ ਮਾਨ ਕੀ ਕਰਨਗੇ ਪੰਜਾਬ ਦੇ ਲਈ? ਫਿਰ ਤੁਸੀਂ ਸਿੰਘ ਨਹੀਂ ਕਹਿੰਦੇ? ਸੌਰੀ, ਸਿਮਰਨਜੀਤ ਸਿੰਘ ਮਾਨ। ਹਾਂ, ਇਹ ਆਦਤ ਪੈ ਗਈ ਹੈ, ਹਿੰਦੂਤਵਾ ਆ ਗਈ ਨਾ। ਮੇਰੀ ਟੈਲੀਵਿਜ਼ਨ ਇੰਟਰਵਿਊ ਦੇ ਵਿੱਚ ਵੀ ਜਿਹੜੀ ਅਫਸੋਸ ਦੀ ਗੱਲ ਹੈ, ਸੌਰੀ ਮਾਨ ਸਾਹਿਬ, ਫਿਰ ਇਹ ਹਾਂ ਇਹ ਥੋੜ੍ਹਾ ਜਿਹਾ ਜ਼ੁਬਾਨ ਦੇ ਉੱਤੇ ਚੜ੍ਹ ਗਿਆ ਕਿ ਸਿੰਘ ਨਹੀਂ ਲਾਉਣਾ ਆਪਾਂ ਨੇ, ਨਹੀਂ ਤਾਂ ਫਿਰ ਹਿੰਦੂਤਵਾ ਦੇ ਲੋਕ ਸਾਡੇ ਟੈਲੀਵਿਜ਼ਨ ਨੂੰ ਦੇਖਣਗੇ ਨਹੀਂ, ਸ਼ੋਅ ਨੂੰ ਨਹੀਂ ਦੇਖਣਗੇ। ਅਤੇ ਨਹੀਂ, ਇੱਦਾਂ ਦੀ ਗੱਲ ਨਹੀਂ ਹੈ ਮਾਨ ਸਾਹਿਬ, ਸੌਰੀ। ਹਾਂ, ਮੂੰਹ 'ਤੇ ਚੜ੍ਹ ਗਿਆ ਨਾ, ਅੱਗੇ ਤੋਂ ਧਿਆਨ ਰੱਖੋ ਜੀ। ਨਹੀਂ ਹੁਣ ਚਲੋ ਤਾਂ ਰੱਖ ਲਿਓ, ਪਰ ਇਹ ਹੁਣ ਹਾਂ ਦੱਸੋ ਕੀ ਇਹ ਤੁਸੀਂ ਪੁੱਛਣਾ ਚਾਹੁੰਦੇ? ਮੇਰਾ ਸਵਾਲ ਇਹ ਸੀ ਜੀ ਕਿ ਜੇ ਸਿਮਰਨਜੀਤ ਸਿੰਘ ਮਾਨ ਅਸੈਂਬਲੀ ਜਾਂਦੇ ਨੇ ਜਾਂ ਸੱਤਾ ਦੇ ਵਿੱਚ ਆਉਂਦੇ ਨੇ, ਪੰਜਾਬ ਦੇ ਲਈ ਕੀ ਬਦਲ ਦੇਖਣ ਨੂੰ ਮਿਲੂਗਾ? ਪੰਜਾਬ ਦੇ ਲਈ ਤਾਂ ਬਦਲ ਇਹ ਮਿਲੂਗਾ ਕਿ ਇਹ ਅਸੀਂ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ। ਇੱਕ ਤਾਂ ਇਹ ਸੈਂਟਰ ਨੇ ਉਹ ਨਹੀਂ ਸਾਨੂੰ ਦੱਸਿਆ ਕਿ MSP ਕਦੋਂ ਦੇਣਗੇ। ਦੂਸਰੀ ਗੱਲ ਹੈ ਕਿ WTO ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ, ਉਹਨੇ ਕਿਹਾ ਕਿ ਸਾਰੇ ਮੁਲਕ ਆਪਣੇ ਬਾਰਡਰ ਖੋਲ੍ਹਣ, ਅਤੇ ਇੰਡੀਆ ਨੇ ਉਹਦੇ 'ਤੇ ਦਸਤਖਤ ਕੀਤੇ ਹੈ। ਅਸੀਂ ਬਾਰਡਰ ਖੁੱਲ੍ਹਾਉਣਾ ਚਾਹੁੰਦੇ ਹਾਂ ਪਾਕਿਸਤਾਨ ਦੇ ਨਾਲ, ਜਿਹਦੇ ਨਾਲ ਸਾਡੇ ਜਿਹੜੀ ਜਿਨਸ ਹੈ ਆਪਣੇ ਕਿਸਾਨਾਂ ਦੀ ਉਹ ਬਾਹਰ ਦੇ ਮੁਲਕਾਂ 'ਚ ਜਾਏ। ਜਿਵੇਂ ਹੁਣ ਪਾਕਿਸਤਾਨ ਦੇ ਵਿੱਚ ਕਣਕ ਦੀ ਤੋਟ ਹੈ ਅਤੇ ਉਹ ਤਾਂ ਰੂਸ ਤੋਂ ਕਣਕ ਮੰਗਾ ਰਹੇ ਹੈ ਅਤੇ ਆਪਣੇ ਤਾਂ ਭੰਡਾਰ ਭਰੇ ਪਏ ਹੈ। ਆਪਾਂ ਤਾਂ ਹੁਣ ਉਹਨਾਂ ਨੂੰ ਸੁਸਰੀ ਲੱਗੀ ਜਾਂਦੀ ਹੈ ਕਣਕ ਨੂੰ, ਉਹ ਗਰੀਬਾਂ ਨੂੰ ਦੇ ਰਹੇ ਹੈ। ਅਤੇ ਫਿਰ ਜੇ ਮੰਡੀਆਂ ਪਾਕਿਸਤਾਨ ਦੀਆਂ ਖੁੱਲ੍ਹ ਜਾਂਦੀਆਂ ਸਾਡੇ ਲਈ ਤਾਂ ਬਹੁਤ ਫਾਇਦਾ ਹੋਊਗਾ, ਅਤੇ ਜਿਹੜੇ ਸਾਡੇ ਵਪਾਰੀ ਲਾਲੇ ਬਣ ਗਏ ਹੈ ਉਹ ਵੀ ਰੱਜ ਜਾਣਗੇ, ਕਿਉਂ ਕਰਕੇ ਨਫਾ ਤਾਂ ਉਹਨਾਂ ਦੇ ਕੋਲ ਆਉਣਾ। ਫਿਰ ਇਹ ਆਪਣਾ ਸਿੱਖਾਂ ਦਾ ਕਿੱਤਾ, ਇੱਕ ਤਾਂ ਖੇਤੀ ਹੈ, ਇੱਕ ਆਪਣੀ ਖੇਤ ਮਜ਼ਦੂਰੀ ਹੈ, ਇੱਕ ਟਰਾਂਸਪੋਰਟ ਵੀ ਹੈ। ਅਤੇ ਟਰਾਂਸਪੋਰਟ ਤਾਂ ਬਹੁਤ ਪ੍ਰਫੁੱਲਤ ਹੋਊਗੀ, ਬਾਹਰ ਦੇ ਮੁਲਕਾਂ 'ਚ ਸਾਡੇ ਟਰੱਕ ਜਾਣਗੇ, ਸਾਡੀ ਨੌਜਵਾਨੀ ਕਿਸੇ ਆਰੇ ਲੱਗੂਗੀ, ਉਹਨਾਂ ਨੂੰ ਇੱਕ ਕਿੱਤਾ ਮਿਲੂਗਾ ਅਤੇ ਬੇਰੁਜ਼ਗਾਰੀ ਨੂੰ ਠੱਲ ਪਾਵਾਂਗੇ। ਅਤੇ ਦੂਸਰੀ ਗੱਲ ਹੈ ਕਿ ਜਿਹੜੀ ਗਰੀਬਾਂ ਦੀ ਚੀਜ਼ ਹੈ ਉਹ ਤਾਂ ਅਸੀਂ ਕਰਾਂਗੇ ਕਿ ਇਹਨਾਂ ਨੂੰ ਉਠਾਵਾਂਗੇ ਉੱਤੇ, ਜਿਹੜਾ ਕਿਸੇ ਨੇ ਕੀਤਾ ਨਹੀਂ ਅਜੇ ਤੱਕ। ਪ੍ਰੋਮਿਸਿਸ ਕੀਤੇ ਆ, ਵਾਅਦੇ ਕੀਤੇ ਆ, ਪਰ ਇਹਨਾਂ ਦੇ ਲਈ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈ। ਅਤੇ ਹੋਰ ਪਾਣੀਆਂ ਦੀ ਗੱਲ ਕਰਾਂਗੇ, ਕਿਉਂ ਕਰਕੇ ਕੌਨਸਟੀਟਿਊਸ਼ਨ ਦੇ ਵਿੱਚ ਪਾਣੀ ਜਿਹੜੇ ਹੈਗੇ ਆ ਉਹ ਸਟੇਟ ਸਬਜੈਕਟ ਹੈਗੇ ਹੈ, ਅਤੇ ਕੌਨਸਟੀਟਿਊਸ਼ਨ ਅਤੇ ਇੰਟਰਨੈਸ਼ਨਲ ਰਿਪੇਰੀਅਨ ਲਾਅ ਕਹਿੰਦੇ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਅਤੇ ਦਰਿਆ ਲੰਘਦੇ ਹੈ ਇਹ ਉਸੇ ਸੂਬੇ ਦੀ ਮਲਕੀਅਤ ਹੈ ਜਿਹਦੇ ਦੇ ਵਿੱਚੋਂ ਇਹ ਵਹਿੰਦੇ ਹੈ। ਸੋ ਇਹ ਸਾਡੇ ਚੀਫ ਮਿਨਿਸਟਰਾਂ ਨੇ ਪਿੱਛੇ ਇਹ ਸਾਰੇ ਸਾਡੇ ਸੰਵਿਧਾਨਕ ਅਤੇ ਇੰਟਰਨੈਸ਼ਨਲ ਹੱਕ ਸੈਂਟਰ ਨੂੰ ਆਪਣੀ ਖੁਦਗਰਜ਼ੀ ਦੇ ਲਈ ਦਿੱਤੇ ਹੈ। ਇਹ ਹੁਣ ਕਾਨੂੰਨੀ ਤੌਰ 'ਤੇ ਅਸੀਂ ਲੜ ਕੇ ਇਹਨਾਂ ਨੂੰ ਵਾਪਸ ਲਵਾਂਗੇ, ਅਤੇ ਪਾਣੀ ਅਸੀਂ ਇਹ ਨਹਿਰ ਦਾ ਹਰੇਕ ਖੇਤ ਨੂੰ ਦੇਵਾਂਗੇ, ਜਿਹਦੇ ਨਾਲ ਬਿਜਲੀ ਦੀ ਵੀ ਇਹ ਬੱਚਤ ਹੋਏ ਅਤੇ ਬਿਜਲੀ ਸਾਡੇ ਛੋਟੇ ਕਾਰਖਾਨਿਆਂ 'ਚ ਜਾਵੇ, ਜਿੱਥੇ ਸਾਡੇ ਨੌਜਵਾਨ ਆਪਣੇ ਛੋਟੇ ਛੋਟੇ ਬਿਜ਼ਨਸਿਸ ਖੋਲ੍ਹਣ, ਸਮੌਲ ਇੰਡਸਟਰੀਜ਼। ਅਤੇ ਇਹਦਾ ਤਾਂ ਇਹ ਬਹੁਤ ਫਾਇਦਾ ਹੋਊਗਾ ਕਿ ਇੱਕ ਤਾਂ ਪਾਣੀਆਂ ਦੀ ਗੱਲ ਕਰਾਂਗੇ, ਇੱਕ ਬਾਰਡਰ ਖੋਲ੍ਹਾਂਗੇ। ਹੋਰ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪਤਾ ਹੀ ਨਹੀਂ ਅਜੇ ਤੱਕ, ਜਨਰਲ ਸ਼ਬੇਗ ਸਿੰਘ ਦਾ, ਕਿ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਹੈ, ਉਹਨਾਂ ਦੇ ਫੁੱਲ ਕਿੱਥੇ ਪਾਏ ਹੈ, ਉਹਨਾਂ ਦੇ ਭੋਗ ਕਿੱਥੇ ਪਾਏ ਹੈ,
ਇਹ ਸਾਰੀਆਂ ਚੀਜ਼ਾਂ ਦਾ ਪਤਾ ਕਰਾਂਗੇ ਕਿ ਇਹ ਪੰਜਾਬ ਗਵਰਨਮੈਂਟ ਇੱਕ ਕਮਿਸ਼ਨ ਬਣਾਏ ਜਿਹਦੇ ਅੱਗੇ ਜਿਹੜੇ ਵੀ ਪੀੜਤ ਲੋਕ ਹੈ, ਜਿਨ੍ਹਾਂ ਦੇ ਬੱਚੇ ਮਾਰੇ ਗਏ ਹੈ, ਜਿਨ੍ਹਾਂ ਦੇ ਮਾਂ ਪਿਓ ਮਾਰੇ ਗਏ ਹੈ, ਹਕੂਮਤ, ਫੌਜ ਨੇ ਅਤੇ ਪੁਲਿਸ ਨੇ, ਉਹ ਆ ਕੇ ਉਹਦੇ ਕੋਲੇ ਬਿਆਨ ਦੇਣ। ਇੱਕ ਤਾਂ ਇਹ ਕਮਿਸ਼ਨ ਬਣਾਵਾਂਗੇ ਜਿਹਦੇ ਅੱਗੇ ਸਾਰੇ ਪੀੜਤ ਲੋਕ ਆਪ ਆਪਣੇ ਬਿਆਨ ਦੇਣਗੇ ਅਤੇ ਜਿਹੜੇ ਧਾਰਮਿਕ ਸੰਸਥਾਵਾਂ ਹੈਗੀਆਂ ਉਹ ਵੀ ਬਿਆਨ ਦੇ ਸਕਣਗੀਆਂ ਕਿ ਸਾਡਾ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਹਮਲਾ ਕੀਤਾ ਹੈ, ਉਹਨਾਂ ਨੇ ਬੰਬਾਰੀ ਕਿਉਂ ਕੀਤੀ ਹੈ। ਸਾਡੇ ਇਤਿਹਾਸਿਕ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਸਿਰਜਿਆ ਸੀ, ਅਤੇ ਮੇਰਾ ਖਿਆਲ ਬਾਬਾ ਬੁੱਢਾ ਜੀ ਨੇ ਪਹਿਲੀ ਉਹਨਾਂ ਦੀ ਇਮਾਰਤ ਦੀ ਸੇਵਾ ਕੀਤੀ ਸੀ, ਉਸ ਨੂੰ ਟੈਂਕਾਂ ਅਤੇ ਤੋਪਾਂ ਨਾਲ ਕਿਉਂ ਢਾਇਆ ਗਿਆ ਹੈ। ਅਤੇ ਜਿਹੜਾ ਤੋਸ਼ਾਖਾਨਾ ਲੁੱਟਿਆ ਹੈ ਉਹਦਾ ਪੁੱਛਾਂਗੇ ਕਿ ਉਹ ਕਿੱਥੇ ਹੈ, ਦਰਬਾਰ ਸਾਹਿਬ ਦਾ ਸਿੱਖ ਰੈਫਰੈਂਸ ਲਾਇਬ੍ਰੇਰੀ ਕਿੱਥੇ ਹੈ। ਇਹ ਸਾਰੀਆਂ ਚੀਜ਼ਾਂ ਅਸੈਂਬਲੀ ਦੇ ਵਿੱਚ ਅਸੀਂ ਸਰਕਾਰ ਤੋਂ ਕਰਾਵਾਂਗੇ ਕਿ ਇਹ ਸਾਰੀਆਂ ਚੀਜ਼ਾਂ ਦਾ ਕਮਿਸ਼ਨ ਬਣਾਇਆ ਜਾਵੇ। ਅਤੇ ਇਹ ਅੱਜ ਜਾਂ ਕੱਲ੍ਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਪਾਰਲੀਮੈਂਟ ਦੇ ਵਿੱਚ ਕਿ ਸਿੱਖਾਂ ਦਾ ਕਤਲੇਆਮ ਹੋਇਆ 1984 'ਚ, ਅਤੇ ਅਸੀਂ ਪੁੱਛਦੇ ਹਾਂ ਜੇ ਪ੍ਰਾਈਮ ਮਿਨਿਸਟਰ ਨੂੰ ਇੰਨਾ ਗਿਆਨ ਹੈ ਅਤੇ ਫਿਰ ਅਜੇ ਤੱਕ ਕਿਉਂ ਨਹੀਂ ਜਿਹੜੇ ਦੋਸ਼ੀ ਹੈਗੇ ਉਹ ਕਿਉਂ ਨਹੀਂ ਫੜੇ ਗਏ ਪੁਲਿਸ ਅਫਸਰ, ਅਤੇ ਫੌਜ ਉਸ ਵੇਲੇ ਬਾਹਰ ਕਿਉਂ ਨਹੀਂ ਆਈ ਕਿ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀਗੀ। ਅਤੇ ਜੇ ਫੌਜ ਦੀ ਡਿਊਟੀ ਹੈ ਕਿ ਸਰਹੱਦਾਂ 'ਤੇ ਉਹਦੀ ਰੱਖਿਆ ਕਰਨੀ ਹੈ, ਅਤੇ ਸਰਹੱਦਾਂ ਦੇ ਅੰਦਰ ਜਿਹੜੇ ਲੋਕ ਵੱਸਦੇ ਹੈ ਉਹਨਾਂ ਦੀ ਰੱਖਿਆ ਕੌਣ ਕਰੂਗਾ ਜੇ ਫੌਜ ਨਹੀਂ ਕਰੂਗੀ। ਇਹ ਸਾਰੇ ਸਵਾਲ ਅਸੀਂ ਅਸੈਂਬਲੀ ਦੇ ਵਿੱਚ ਲੈ ਕੇ ਆਵਾਂਗੇ, ਦੱਬ ਕੇ ਕਰਾਂਗੇ ਕਿ ਜੀ ਇਹ ਜਿਹੜਾ ਇਹ ਕਿਸੇ ਨੇ ਵੀ ਨਹੀਂ, ਇਹ ਜਿੰਨੀਆਂ ਵੀ ਅਸੈਂਬਲੀ ਦੇ MLAs ਬਣੇ ਹੈ, ਕਿਸੇ ਨੇ ਇਹ ਗੱਲਾਂ ਦੇ ਉੱਤੇ ਪਰਵਾਹ ਨਹੀਂ ਕੀਤੀ, ਨਾ ਲੋਕਾਂ ਨੇ ਉਹਨਾਂ ਨੂੰ ਚੁਣਿਆ ਇਸ ਕੰਮ ਦੇ ਲਈ। ਜੇ ਇਸ ਕੰਮ ਦੇ ਲਈ ਐਤਕੀ ਲੋਕ ਆਪਣੀ ਨੈਸ਼ਨਲਿਜ਼ਮ, ਆਪਣੀ ਕੌਮੀਅਤ ਦੇ ਉੱਤੇ ਵੋਟ ਪਾ ਕੇ MLA ਭੇਜਣਗੇ ਤਾਂ ਬਹੁਤ ਤਬਦੀਲੀ ਆਊਗੀ ਸਿਆਸਤ ਦੇ ਵਿੱਚ ਅਤੇ ਕਾਨੂੰਨ ਦੇ ਵਿੱਚ ਅਤੇ ਸਾਰੀਆਂ ਚੀਜ਼ਾਂ ਦੇ ਵਿੱਚ। ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੇ ਭੋਗ 'ਤੇ ਆਉਂਦੇ ਨੇ, ਇੱਕ ਬਿਆਨ ਦਿੰਦੇ ਨੇ ਕਿ ਮੈਂ ਪੰਜਾਬ ਦੇ ਵਿੱਚ ਅਕਾਲੀ ਗੌਰਮੈਂਟ ਚਾਹੁੰਦਾ। ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਅਕਾਲੀ ਤਾਂ ਜੀ ਉਹ ਸਾਧ ਸਾਹਿਬ ਰਹੇ ਨਹੀਂ। 1996 'ਚ ਜਦੋਂ ਬਾਦਲ ਸਾਹਿਬ ਨੇ ਮੋਗੇ ਕਾਨਫਰੰਸ ਕੀਤੀ ਸੀ, ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤਾਂ ਪੰਜਾਬੀ ਪਾਰਟੀ ਹਾਂ, ਅਤੇ ਫਿਰ ਉਹ ਕਹਿੰਦੇ ਕਿ ਅਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਕਰਦੇ ਹੁੰਦੇ ਸੀ ਕਿ ਅਸੀਂ ਉਹ ਲੈਣਾ ਖੁਦ ਮੁਖਤਿਆਰੀ। ਪਰ ਪਾਰਲੀਮੈਂਟ 'ਚ ਜਦੋਂ ਮੋਦੀ ਸਰਕਾਰ ਨੇ ਖੁਦ ਮੁਖਤਿਆਰੀ ਖ਼ਤਮ ਕਰਤੀ ਕਸ਼ਮੀਰ 'ਚ 370 ਦਫਾ 35A, ਅਤੇ ਸਟੇਟ ਦਾ ਦਰਜਾ ਵੀ ਘਟਾ ਕੇ ਯੂਨੀਅਨ ਟੈਰੀਟਰੀ ਬਣਾਈ ਹੈ, ਉਹਦੇ ਵਿੱਚ ਤਾਂ ਬਾਦਲ ਦਲੀਆ ਨੇ ਵੋਟਾਂ BJP ਦੇ ਹੱਕ ਦੇ ਵਿੱਚ ਪਾਈਆਂ, ਅਤੇ ਜਿਹੜੀ ਖੁਦ ਮੁਖਤਿਆਰੀ ਦੀ ਗੱਲ ਕਰਦੇ ਸੀਗੇ ਉਹ ਤਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਭੋਗ ਪਾਤਾ। ਸੋ ਮੇਰਾ ਮਤਲਬ ਹੈ ਕਿ ਇਹ ਕਿਵੇਂ ਕੋਈ ਗੱਲ ਕਰ ਸਕਦੇ ਹੈਗੇ ਇਹੋ ਜਿਹੀ। ਭਾਈ ਸਾਹਿਬ ਦਾ ਬਿਆਨ ਤੁਹਾਨੂੰ ਕੀ ਲੱਗਦਾ? ਉਹ ਜੇਲ੍ਹ ਦੇ ਵਿੱਚ ਹੋਣ ਕਾਰਨ ਇਹ ਉਹਨਾਂ ਨੂੰ ਪਤਾ ਨਹੀਂ ਸਮੇਂ ਦਾ ਕਿ ਕੀ ਹੋ ਰਿਹਾ, ਕੀ ਹੈ ਇਹ ਬਾਦਲਾਂ ਨੇ ਕੀ ਕੀਤਾ ਪਾਰਲੀਮੈਂਟ ਦੇ ਵਿੱਚ। ਕਿਸਾਨਾਂ ਦੇ ਜਿਹੜੇ ਕਾਨੂੰਨ ਸੀਗੇ ਕਾਲੇ, ਉਹਨਾਂ ਦੇ ਵੀ ਹੱਕ ਦੇ ਵਿੱਚ ਬਾਦਲ ਦਲੀਆ ਨੇ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਵੋਟਾਂ ਪਾਈਆਂ ਹੈਗੀਆਂ। ਸੋ ਮੇਰਾ ਮਤਲਬ ਇਹ ਤਾਂ ਪੰਥ ਤੋਂ ਉਖੜ ਗਏ ਹੈ। ਜੇ ਰਾਜੋਆਣਾ ਸਾਹਿਬ ਵਿਚਾਰੇ ਹੁਣ ਫਾਂਸੀ ਦੀ ਸਜ਼ਾ ਦੇ ਉੱਤੇ ਹੈਗੇ ਹੈ, ਹੁਣ ਉਹਨਾਂ ਨੂੰ ਨਹੀਂ ਪਤਾ, ਅਤੇ ਫਿਰ ਉਹਦੇ 'ਤੇ ਕੀ ਕਮੈਂਟ ਕਰਕੇ ਮੈਂ ਕਰੂੰਗਾ, ਹੈ ਨਾ। ਜੇ ਇੰਨੀ ਸਜ਼ਾ ਭੁਗਤ ਰਹੇ ਹੈ ਅਤੇ ਜੇ ਉਹਨਾਂ ਨੇ ਕੁਛ ਕਹਿ ਤਾ ਅਤੇ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਹੈ, ਤਾਂ ਫਿਰ ਆਪਾਂ ਵੀ ਨਾ ਉਹਨਾਂ ਦੇ ਖਿਲਾਫ ਕੋਈ ਗੱਲ ਕਰੀਏ। ਧੰਨਵਾਦ, ਮਿਹਰਬਾਨੀ, ਥੈਂਕ ਯੂ। ਤਾਂ ਇਹ ਸੀਗੇ ਸਰਦਾਰ ਸਿਮਰਨਜੀਤ ਸਿੰਘ ਮਾਨ। ਕਹਿ ਰਹੇ ਨੇ ਕਿ ਉਹ ਪਰਵਾਜ਼ ਜਿਹੜੀ 99 'ਚ ਦੇਖਣ ਨੂੰ ਮਿਲੀ ਸੀ, ਉਹ ਪਰਵਾਜ਼ ਕੌਮ ਦੇ ਹੱਥ ਹੈ। ਜੇ ਕੌਮ ਉਹ ਪਰਵਾਜ਼ ਦੇਖਣਾ ਚਾਹੁੰਦੀ ਹੈ
ਤਾਂ ਕੌਮ ਚੁਣ ਸਕਦੀ ਹੈ। ਜੇ ਅਸੀਂ ਚੁਣ ਕੇ ਅਸੈਂਬਲੀ 'ਚ ਜਾਂਦੇ ਹਾਂ ਤਾਂ ਅਸੀਂ ਗੱਲ ਕਰਾਂਗੇ 84 ਦੇ ਮੁੱਦੇ ਉੱਤੇ, ਕਮਿਸ਼ਨ ਬਣਾਉਣ ਦੀ ਗੱਲ ਕਰਾਂਗੇ। ਆਖਰ ਤੋਸ਼ਾਖਾਨਾ ਕਿੱਥੇ ਹੈ ਜਾਂ ਟੈਂਕ ਕਿਉਂ ਚਾੜ੍ਹੇ ਗਏ ਦਰਬਾਰ ਸਾਹਿਬ ਦੇ ਉੱਪਰ, ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂਗੇ। ਕਹਿ ਰਹੇ ਨੇ ਪਰ ਡੈਮੋਕ੍ਰੇਸੀ ਹੈ, ਜੇ ਕੋਈ ਝਾੜੂ ਫੜਨਾ ਚਾਹੁੰਦਾ ਝਾੜੂ ਫੜ ਸਕਦਾ, ਜੇ ਕੋਈ ਤੱਕੜੀ ਫੜਨਾ ਚਾਹੁੰਦਾ, ਜੇ ਕੋਈ ਕਮਲ ਦਾ ਫੁੱਲ ਫੜਨਾ ਚਾਹੁੰਦਾ ਉਹ ਫੜ ਸਕਦਾ, ਪਰ ਜਿਸ ਨੇ ਕਿਰਪਾਨ ਫੜਨੀ ਹੈ ਉਹ ਸਾਡੇ ਨਾਲ ਆ ਕੇ ਕਿਰਪਾਨ ਫੜ ਸਕਦਾ। ਕੈਮਰਾਮੈਨ ਅਸ਼ੋਕ ਬੈਨੀਪਾਲ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਲੁਧਿਆਣਾ।